ਆਦਿ ਨਿਰੰਜਨ ਹੈ ਗੁਰੂ ਨਾਨਕ, ਹਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਧਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਪੁਛਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਾਰ ਕਰ ਧਾਰ ਪਰ ਮਾਤ, ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋੜ ਪ੍ਰਣਾਮ। ਜਿਸ ਕਰਣਾ ਤੇ ਵਡ ਅਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਣਾ ਕੋ ਫੇਰਾ ਕਿਸ ਗਹੀ, ਅਣਾ ਕੋ ਹੋਆ ਨ ਹੋਗ। ਆਵਣ ਜਾਣ ਵਿਗੁਚੀਐ, ਦੁਬਿਧਾ ਵਿਆਪੈ ਰੋਗ। ਅਣਾ ਕੋ ਮੇਰਾ ਕਿਸ ਗਹੀ, ਅਣਾ ਕੋ ਹੋਆ ਨਾ ਹੋਗ। ਆਵਣ ਜਾਣ ਵਿਗੁਚੀਐ, ਦੁਬਿਧਾ ਵਿਆਪੈ ਰੋਗ। ਨਾਮ ਵਿਹੂਣੇ ਆਦਮੀ, ਕੱਲਰ ਕੰਧ ਗਿਰੰਤ। ਵਿਣ ਨਾਵੈ ਕਿਉ ਛੂਟੀਐ, ਜਾਏ ਰਸਾਤਲ ਅੰਤ। ਗਣਤ ਗਣਾਵੈ ਅੱਖਰੀ, ਅਗਣਤ ਸਾਚਾ ਸੋਏ। ਅਗਿਆਨੀ ਮਤਹੀਣ ਹੈ, ਗੁਰ ਬਿਨ ਗਿਆਨ ਨਾ ਹੋਏ। ਟੂਟੀ ਤੰਤ ਰਬਾਬ ਕੀ, ਵਾਜੈ ਨਹੀਂ ਵਿਜੋਗ। ਵਿਛੁੜਿਆ ਮਿਲੈ ਪ੍ਰਭੂ, ਨਾਨਕ ਕਰ ਸੰਜੋਗ। ਟੂਟੀ ਤੰਤਰ ਬਾਬ ਕੀ, ਵਾਜੈ ਨਹੀਂ ਵਿਜੋਗ। ਵਿਛੁੜਿਆ ਮਿਲੈ ਪ੍ਰਭੂ, ਨਾਨਕ ਕਰ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਸਤਿਗੁਰੂ ਜੀ ਦਾ ਜੋ ਪਵਿੱਤਰ ਬਾਣੀ ਦਾ ਪ੍ਰਕਾਸ਼ ਔਰ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਔਰ ਚੱਲ ਰਹੀ ਜੋ ਲੜੀਵਾਰ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਕਥਾ ਦੱਖਣੀ ਓਂਕਾਰ ਨਾਮ ਦੀ ਬਾਣੀ ਹੈ। 934-35 ਅੰਗ ਤੇ ਇਹ ਬਾਣੀ ਦਾ ਪ੍ਰਵਾਹ ਜਾਰੀ ਹੈ। ਬਹੁਤ ਸਾਰੇ ਸਰੋਤੇ ਰੋਜ਼ਾਨਾ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਅੰਮ੍ਰਿਤ ਵੇਲੇ ਨਿਤਨੇਮ ਕੀਰਤਨ ਔਰ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਨ। ਉਹ ਪਿਛਲੇ ਪੈਰਾਂ ਦੇ ਦੀਵਾਨਾਂ 'ਚ ਜਿੱਥੇ ਬਾਣੀ ਦਾ ਕੀਰਤਨ ਹੁੰਦਾ ਹੈ ਉੱਥੇ ਨਾਲ ਹੀ ਗੁਰ ਇਤਿਹਾਸ ਦੀ ਜੋ ਵਿਚਾਰ ਜਿਹਦੇ ਦਸਾਂ ਪਾਤਸ਼ਾਹਾਂ ਦਾ ਔਰ ਪਵਿੱਤਰ ਇਤਿਹਾਸ ਹੈ, ਗੁਰਸਿੱਖਾਂ ਨੇ ਕਿਵੇਂ ਕਾਲ ਕਰ ਲਈ ਸੇਵਾ ਕੀਤੀ, ਉਹ ਪ੍ਰਸੰਗ ਵੀ ਵਿੱਚ ਆ ਜਾਂਦੇ ਹਨ। ਭਾਗਾਂ ਵਾਲੀਆਂ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਕੋਈ ਸੇਵਾ ਵਾਲੀਆਂ ਸੰਗਤਾਂ ਵੀ ਹਨ, ਕੁਝ ਆ ਕੇ ਨਿਤਨੇਮ ਵਗੈਰਾ ਵੀ ਕਰਦੇ ਹਨ। ਕਈ ਪ੍ਰੇਮੀ ਆਪਣੀ ਕਿਰਤ ਦਾ ਜੋ 10ਵਾਂ ਹਿੱਸਾ ਉਹ ਗੁਰੂ ਕੇ ਲੰਗਰਾਂ ਇਮਾਰਤਾਂ ਵਾਸਤੇ ਵੀ ਪੁੰਨਦਾਨ ਕਰਦੇ, ਸੇਵਾ ਕਰਦੇ ਹਨ। ਜੈਸੀ ਜੈਸੀ ਭਾਵਨਾ ਹੈ ਉਸੇ ਪ੍ਰਕਾਰ ਸੰਗਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦੀ ਹੈ। ਬਾਕੀ ਸ਼ਰਧਾਵਾਨ ਕਿਸੇ ਨੇ ਅਖੰਡ ਪਾਠ ਸਿੱਖਿਆ ਜਾਂ ਹੋਰ ਦਰਸ਼ਨੀ ਕੋਈ ਭੇਟਾ ਵਗੈਰਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਾਉਂਦੇ ਹਨ। ਆਪੋ ਆਪਣੀ ਸ਼ਰਧਾ ਦੇ ਮੁਤਾਬਕ ਸੰਗਤ ਸੇਵਾ ਕਰਦੀ ਹੈ ਔਰ ਇਸੇ ਤਰ੍ਹਾਂ ਗੁਰੂ ਕੇ ਦਰਬਾਰ ਦਾ ਜੋ ਰੋਜ਼ ਦਾ ਨਿਤਨੇਮ ਹੈ ਉਹਦੇ ਵਿੱਚ ਫੇਰੇ ਕਥਾ ਪ੍ਰਸੰਗ ਵੀ ਚੱਲਦੇ ਹਨ। ਬਾਣੀ ਦੀ ਵਿਚਾਰ, ਗੁਰ ਇਤਿਹਾਸ, ਭਾਗਾਂ ਵਾਲੇ ਸਤਸੰਗੀ ਜਿਹੜੇ ਆ ਉਹ ਦੋਨੋਂ ਵੇਲੇ ਆ ਕੇ ਕਥਾ ਵਿਚਾਰਾਂ ਸਰਵਣ ਕਰਦੇ ਹਨ। ਕਥਾ ਦੱਖਣੀ ਓਂਕਾਰ ਨਾਮ ਦੀ ਬਾਣੀ ਵਿੱਚੋਂ ਚੱਲ ਰਹੀ ਹੈ ਔਰ ਗੁਰੂ ਮਹਾਰਾਜ ਨੂੰ ਬੜੇ ਬੜੇ ਰਾਜੇ ਵੀ ਮਿਲੇ, ਬੜੇ ਜ਼ਾਲਮ ਸਨ, ਉਹਨਾਂ ਦੇ ਜੀਵਨ ਕਿਵੇਂ ਬਦਲੇ, ਬੜੇ ਬੜੇ ਖੂਨਖਾਰ ਮਨੁੱਖ ਔਰ ਚੰਗੇ ਤੋਂ ਚੰਗੇ ਵਿਦਵਾਨ ਵੀ ਮਿਲੇ
ਆਮ ਜਨਤਾ ਵੀ ਕਈ ਰੱਬ ਦੇ ਪਿਆਰ ਵਾਲੇ, ਕੋਈ ਸਰੀਰਕ ਦੁੱਖਾਂ ਕਰਕੇ, ਮਾਨਸਿਕ ਦੁੱਖਾਂ ਕਰਕੇ, ਕਈਆਂ ਦੇ ਘਰਾਂ 'ਚ ਗਰੀਬੀ ਸੀ। ਮਹਾਰਾਜ ਬਖਸ਼ਿਸ਼ ਦੇਣ, ਅੰਨ ਧਨ ਦੀ ਬਹੁਲਤਾ ਹੋਵੇ, ਪਰਿਵਾਰਾਂ 'ਚ ਵਾਧਾ ਹੋਵੇ, ਔਰ ਕਈ ਰੱਬ ਦੇ ਮਿਲਾਪ ਦੀ ਇੱਛਾ ਵਿੱਚ ਮਿਲੇ, ਔਰ ਜਿਨ੍ਹਾਂ 'ਤੇ ਮਹਾਰਾਜ ਦੀ ਕਿਰਪਾ ਹੋਈ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵੀ ਬਣੇ। ਬਹੁਤ ਤਰ੍ਹਾਂ ਦਾ ਸੰਸਾਰ ਹੈ, ਹਰੇਕ ਦੀ ਆਪੋ ਆਪਣੀ ਭਾਵਨਾ, ਉਹਦੇ ਅਨੁਸਾਰ ਉਹ ਚੱਲ ਰਿਹਾ। ਬੁਰਿਆਂ ਦਾ ਅੰਤ ਲਈ ਉਹ ਵੀ ਨਹੀਂ ਮਿਲਦਾ, ਚੰਗੇ ਵੀ ਬੇਅੰਤ ਹੈਗੇ। ਜਿਹੜਾ ਵੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਇਆ, ਮਹਾਰਾਜ ਤੋਂ ਉਪਦੇਸ਼ ਲੈ ਕੇ ਨਾਮ ਬਾਣੀ ਵੱਲ ਲੱਗਿਆ, ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਈ। ਜੋ ਜਪੈ ਤਿਸ ਕੀ ਗਤ ਹੋਵੈ, ਉਹਨਾਂ ਨੂੰ ਗਤ ਮਿਲੀ, ਕਲਿਆਣ ਮਿਲੀ, ਮੁਕਤੀ ਮਿਲੀ। ਇਹ 84 ਲੱਖ ਜੂਨਾਂ, ਇਹ ਆਵਾਗਾਉਣ ਦਾ ਚੱਕਰ ਹੈ। ਇਸ ਤੋਂ ਉਹਨਾਂ ਨੂੰ ਛੁਟਕਾਰਾ ਮਿਲਿਆ। ਪਰ ਇਹ ਜਿਹੜੀਆਂ ਚੀਜ਼ਾਂ, ਸਕੂਲ, ਕਾਲਜ, ਯੂਨੀਵਰਸਿਟੀਆਂ, ਉੱਥੇ ਧਨ ਕਮਾਉਣ ਦੀ ਵਿਦਿਆ, ਦੁਨੀਆ ਦੇ ਮਾਣ ਸਨਮਾਨ, ਇਹ ਦੁਨਿਆਵੀ ਵਿਦਿਆ ਵੀ 64 ਤਰ੍ਹਾਂ ਦੀ ਹੈ। ਇਹ ਸਾਰਾ ਕੁਝ ਮਿਲ ਸਕਦਾ, ਇਹ ਵੀ ਜ਼ਰੂਰੀ ਹੈ। ਸੰਸਾਰ ਵਿੱਚ ਰਹਿੰਦਿਆਂ ਇਸ ਵਿਦਿਆ ਦਾ ਹੋਣਾ ਵੀ ਜ਼ਰੂਰੀ ਹੈ। ਬਾਕੀ ਆਪੋ ਆਪਣੇ ਦਿਮਾਗ ਗੁਰੂ ਦੀ ਕਿਰਪਾ ਨਾਲ ਲਈ ਹੈ ਕਿ ਜੇ ਕਹੀਏ ਸਕੂਲ ਜਾਂ ਕਾਲਜ ਜਾਂ ਯੂਨੀਵਰਸਿਟੀਆਂ, ਇਹਨਾਂ ਨੇ ਸਾਰਿਆਂ ਨੂੰ ਹੀ ਵਿਦਵਾਨ ਬਣਾ ਦਿੱਤਾ, ਐਸਾ ਵੀ ਨਹੀਂ। ਇਹ ਵੀ ਭਾਗਾਂ ਨਾਲ ਹੀ ਹੈ, ਨਿਰੰਕਾਰ ਦੀ ਕਿਰਪਾ ਨਾਲ ਹੀ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅਨਪੜ੍ਹ ਲੋਕ ਬਥੇਰੇ, ਮੂਰਖ ਵੀ ਬਹੁਤ ਹੈ। ਪਰ ਜਿੱਥੇ ਤੱਕ ਯਤਨ ਹੋਵੇ ਇਨਸਾਨ ਨੂੰ ਸੂਝ ਬੂਝ ਦੇਣੀ, ਚੰਗਾ ਹੀ ਕੰਮ ਹੈ। ਤੇ ਦੂਸਰੇ ਪਾਸੇ ਹੈ ਇਹ ਅਧਿਆਤਮਕ ਵਿਦਿਆ ਜਿਹੜੀ ਹੈ, ਜਿਹਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਮਿਲਦਾ ਹੈ। ਇਕੱਲਾ ਵਿਦਿਆ ਨਾਲ ਨਹੀਂ, ਨਾਲ ਗੁਰੂ ਸ਼ਬਦ ਦਾ ਅਭਿਆਸ ਕਰਕੇ, ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਤੇਰੇ ਅੰਦਰਲਾ ਰਾਹ ਖੁੱਲ੍ਹਦਾ ਹੈ। ਮਹਾਰਾਜ ਕਾਸ਼ੀ ਵਿੱਚ ਗਏ ਸੀ ਤੇ ਉੱਥੇ ਦੇ ਬਹੁਤ ਪੰਡਤ ਮਹਾਰਾਜ ਕੋਲ ਆਏ। ਇਹ ਸੁਣਿਆ ਬਗਦਾਦ ਵਿੱਚ, ਮੱਕੇ ਮਦੀਨਿਆਂ 'ਚ, ਸੁਮੇਰ ਪਰਬਤ ਜਿੱਥੇ ਜਿੱਥੇ ਗਏ, ਲੋਕਾਂ ਨੇ ਤੁਹਾਡੇ ਨਾਲ ਵਿਚਾਰਾਂ ਕੀਤੀਆਂ। ਤੁਹਾਡੇ ਗਿਆਨ ਅੱਗੇ ਸਭ ਦਾ ਗਿਆਨ ਫਿੱਕਾ ਪੈ ਗਿਆ। ਇਹ ਕਾਸ਼ੀ ਸ਼ਹਿਰ ਹੈ, ਸ਼ਿਵ ਜੀ ਦੀ ਪੁਰੀ ਹੈ, ਸੰਸਕ੍ਰਿਤ ਵਿਦਿਆ ਦਾ ਇਹ ਗੜ੍ਹ ਹੈ। ਇੱਥੇ ਤੁਹਾਡਾ ਪ੍ਰਭਾਵ ਪੈਣਾ ਬੜਾ ਔਖਾ ਹੈ।
ਸਾਡੇ ਨਾਲ ਸ਼ਾਸਤਰਾਰਥ ਵਗੈਰਾ ਕਰੋ, ਫੇਰੇ ਜਾਣਾਂਗੇ। ਉੱਥੇ ਇੱਕ ਕੂਕਰ ਸੀ ਤੇ ਮਹਾਰਾਜ ਕਹਿਣ ਲੱਗੇ, ਆ ਤੁਹਾਡਾ ਜਾਤ ਭਾਈ ਹੈ, ਇਹਦੇ ਨਾਲ ਵਿਚਾਰ ਕਰ ਲਓ। ਉਹਨੇ ਬੜੀ ਹੇਠੀ ਸਮਝੀ ਕਿ ਸਾਨੂੰ ਕੁੱਤੇ ਦੇ ਬਰਾਬਰੇ ਜਾਣਿਆ। ਕਹਿੰਦੇ ਇਹਦੇ ਨਾਲ ਵਿਚਾਰ ਕਿਵੇਂ ਹੋਏਗੀ? ਸਿਆਣੇ ਬੰਦਿਆਂ ਦੀ ਸਿਆਣਿਆਂ ਨਾਲ ਵਿਚਾਰ ਹੁੰਦੀ ਹੈ। ਮਹਾਰਾਜ ਕਹਿੰਦੇ ਜੇ ਉਹ ਕਰਤਾ ਚਾਹੇ ਤੇ ਸਭ ਕੁਛ ਕਰਾ ਦਿੰਦਾ ਹੈ। ਉਹਦੇ ਸਿਰ ਤੇ ਸੋਟੀ ਰੱਖੀ, ਉਹਨੂੰ ਬੋਲਣ ਦੀ ਤਾਕਤ ਦਿੱਤੀ। ਕਹਿਣ ਲੱਗਾ, ਮੈਂ ਤੁਹਾਡਾ ਹੀ ਦਾਦਾ ਪੜਦਾਦਾ ਹਾਂ। ਮੇਰਾ ਨਾਮ ਬਿਸ਼ਨ ਦੱਤ ਸੀ। ਮੈਂ ਬਹੁਤ ਵੱਡਾ ਵਿਦਵਾਨ ਸੀ। ਕੋਈ ਮਹਾਂਪੁਰਖ ਆਏ, ਉਹਨਾਂ ਨਾਲ ਵੀ ਮੈਂ ਢੜੀਆਂ ਲੈਂਦਾ ਰਿਹਾ, ਬਾਦ ਕਰਦਾ ਰਿਹਾ ਕਿ ਮੇਰੇ ਨਾਲ ਵੇਦਾਂ ਸ਼ਾਸਤਰਾਂ ਦੇ ਅਰਥ ਵਿਚਾਰ ਕਰੋ। ਉਹ ਸੰਤ ਕਮਾਈ ਵਾਲੇ ਸੀ, ਕਹਿਣ ਲੱਗੇ ਕਿ ਹੈ ਤਾਂ ਗੱਲ ਠੀਕ ਆ, ਗ੍ਰੰਥਾਂ ਦਾ ਪੜ੍ਹਨਾ, ਪਰ ਜੋ ਲਿਖਿਆ ਜੋ ਨਾ ਮੰਨਿਆ ਜਾਏ, ਕਮਾਈ ਨਾ ਕੀਤੀ ਜਾਏ, ਤੇ ਫਿਰ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜੇ ਲੱਭ ਪਦਾਰਥਾਂ ਦੇ ਖਾਣ ਦਾ, ਮਾਇਆ ਦਾ ਲੋਭ ਆ, ਹੰਕਾਰ ਆ, ਉਹ ਤਾਂ ਫਿਰ ਮੂਰਖ ਹੀ ਆ। ਗ੍ਰੰਥਾਂ ਤੋਂ ਗਿਆਨ ਲੈ ਕੇ ਕੋਈ ਸ਼ੁਭ ਗੁਣ ਤਾਂ ਧਾਰੇ ਨੇ। ਉਹ ਬਹੁਤ ਹੀ ਵਿਵਾਦ ਕਰਦਾ ਰਿਹਾ। ਉਹ ਸੰਤ ਕਹਿਣ ਲੱਗੇ, ਐਵੇਂ ਕੁੱਤੇ ਵਾਂਗ ਭੌਂਕੀ ਜਾਣਾ ਜਾਂ ਕੁੱਤਾ ਬਣ ਕੇ ਭੌਂਕੀ ਜਾਏ। ਉਹ ਕਹਿੰਦਾ, ਉਹਨਾਂ ਦੇ ਬਚਨ ਨਾਲ ਮੈਨੂੰ ਇਹ ਜੂਨ ਮਿਲੀ ਹੈ। ਇੱਕ ਮਹਾਂਪੁਰਖ ਬੰਦਗੀ ਵਾਲੇ ਦੇ ਨਾਲ ਢੜੀਆਂ ਲੈਣੇ ਨਾਲ ਮੇਰੀ ਇਹ ਦੁਰਦਸ਼ਾ ਹੋਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਤੇ ਆਪ ਹੀ ਨਿਰੰਕਾਰ ਤੋਂ ਸਰਗੁਣ ਸਰੂਪ ਧਾਰ ਕੇ ਆਏ ਹੈ। ਇਹਨਾਂ ਦੀ ਸ਼ਰਨ ਪੈ ਜਾਓ, ਫਿਰ ਇਹਨਾਂ ਤੋਂ ਬਖਸ਼ਿਸ਼ਾਂ ਲਓ। ਨਿਰਾ ਕਿਤਾਬੀ ਗਿਆਨੀ ਸਾਰਾ ਕੁਛ ਨਹੀਂ ਹੁੰਦਾ। ਇਹ ਮਹਾਂਪੁਰਖਾਂ ਦੀ ਕਿਰਪਾ ਨਾਲ ਜਦੋਂ ਅਨੁਭਵ ਮਿਲਦਾ ਹੈ, ਆਪਣੇ ਸਰੂਪ ਦੀ ਸੋਝੀ ਆਉਂਦੀ ਹੈ, ਫਿਰ ਇਹ ਮਨ ਪੰਜਾਂ ਵਿਕਾਰਾਂ ਵੱਲੋਂ ਸ਼ਾਂਤ ਹੋ ਕੇ ਉਸ ਆਤਮ ਪਦ ਨੂੰ ਪਾਉਂਦਾ ਔਰ ਪਰਮੇਸ਼ਰ ਵਿੱਚ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਹੋਰ ਕੋਈ ਸਾਧਨ ਨਹੀਂ। ਅਖੀਰ ਫਿਰ ਉਹ ਪੰਡਤਾਂ ਦੇ ਨਾਲ ਵਿਚਾਰਾਂ ਹੋਈਆਂ। ਉਹ ਸਹਿਜ ਕਿਰਤੀ ਦੇ ਜਿਹੜੇ ਸਲੋਕ ਆ, ਉਹਨਾਂ ਦੇ ਵਿੱਚ ਉਹ ਵਿਚਾਰ ਜਿਹੜੀ ਇਹ ਦੱਸੀ ਹੈ। ਫਿਰ ਉਹ ਪੰਡਤ ਜਿਹੜੇ ਸੀ ਪੰਜਵੇਂ ਪਾਤਸ਼ਾਹ ਕੋਲ ਵੀ ਆਏ ਸੀ। ਉਹਨਾਂ ਨੂੰ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਘਰ ਜਿਹੜੇ ਗ੍ਰੰਥ ਪਏ ਸੀ, ਉਹਨਾਂ ਵਿੱਚੋਂ ਲਿਖੇ ਹੋਏ ਮਿਲੇ ਸੀ। ਉਹਨਾਂ ਨੇ ਫਿਰ ਆਪਣੀ ਦਾਦੀ ਮਾਂ ਨੂੰ ਪੁੱਛਿਆ ਕਿ ਉਹਨੇ ਦੱਸਿਆ ਵੀ ਤੁਹਾਡੇ ਬਜ਼ੁਰਗਾਂ ਕੋਲ ਐਵੇਂ ਗੁਰੂ ਸਾਹਿਬ ਆਏ ਸੀ, ਇਹ ਉਹਨਾਂ ਦੀ ਬਾਣੀ ਹੈ। ਫਿਰ ਪੁੱਛਿਆ ਵੀ ਇਸ ਵੇਲੇ? ਕਹਿੰਦੇ ਉਹ ਤਾਂ ਸੱਚਖੰਡ ਚਲੇ ਗਏ ਆ। ਉਹਨਾਂ ਦੀ ਗੱਦੀ 'ਤੇ ਪੰਜਵੇਂ ਸਰੂਪ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਨ। ਫਿਰ ਉਹ ਜਿਹੜੇ ਪੰਡਿਤ ਸੀ, ਚਤਰਦਾਸ ਵਗੈਰਾ, ਉਹ ਫਿਰ ਮਹਾਰਾਜ ਦੇ ਚਰਨਾਂ 'ਚ ਆਏ ਸੀ, ਕਿਉਂਕਿ ਉਹ ਸੰਸਕ੍ਰਿਤ ਪੜ੍ਹੇ ਹੋਏ ਸੀ। ਉਸੇ ਹਿਸਾਬ ਕਿਤਾਬ ਦੇ ਨਾਲ ਫਿਰ ਬਚਨ ਵਿਲਾਸ ਹੋਏ। ਉਹ ਸਹਿਜ ਕਿਰਤੀ ਨਾਮ ਦੀ ਜਿਹੜੀ ਬਾਣੀ ਹੈ, ਉਹ ਉਹਨਾਂ ਦੇ ਉੱਤਰ ਪ੍ਰਸ਼ਨਾਂ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਇਸ ਵਾਸਤੇ
ਇਹ ਜਿਹੜਾ ਬਾਣੀ ਦਾ ਵਿਚਾਰ, ਇਸ ਨੂੰ ਸੁਣਨਾ, ਮੰਨਣਾ ਔਰ ਇਹਨੂੰ ਅਮਲ ਵਿੱਚ ਲਿਆਉਣਾ, ਕਮਾਈ ਕਰਨੀ। ਬਾਣੀ ਜਿੱਧਰ ਜਾਣ ਦਾ ਇਸ਼ਾਰਾ ਦਿੰਦੀ ਹੈ ਉੱਧਰ ਤੁਰਨਾ। ਦਿੱਲੀ ਜਾਣਾ ਤੇ ਸੜਕ 'ਤੇ ਮੀਲ ਪੱਥਰ ਲੱਗੇ ਆ ਕਿ ਜੇ ਮੀਲ ਪੱਥਰ ਨੂੰ ਜੱਫਾ ਪਾ ਕੇ ਬੈਠੇ ਰਹੀਏ ਫਿਰ ਤਾਂ ਦਿੱਲੀ ਪਹੁੰਚ ਨਹੀਂ ਹੋਣਾ। ਉਹ ਤਾਂ ਇਸ ਗੱਲ ਦਾ ਸੰਕੇਤ ਆ ਕਿ ਦਿੱਲੀ ਇੱਥੋਂ ਇੰਨੇ ਮੀਲ ਦੂਰੀ 'ਤੇ ਹੈ। ਜੇ ਚੱਲਦੇ ਜਾਵਾਂਗੇ ਸਫ਼ਰ ਮੁੱਕਦਾ ਜਾਣਾ, ਮੀਲ ਘਟਦੇ ਜਾਣੇ ਆ ਤੇ ਫਿਰ ਸਮਾਂ ਆਏਗਾ ਉੱਥੇ ਪਹੁੰਚ ਜਾਏਗਾ, ਆਪਣੇ ਘਰ ਚਲੇ ਜਾਏਗਾ। ਇਸੇ ਤਰ੍ਹਾਂ ਗ੍ਰੰਥਾਂ ਦੇ ਵਿੱਚ ਰੱਬ ਨੂੰ ਮਿਲਣ ਦੇ, ਪਹੁੰਚਣ ਦੇ ਇਸ਼ਾਰੇ ਦਿੱਤੇ ਆ ਤੇ ਜੇ ਇਸ਼ਾਰਾ ਸਮਝ ਕੇ ਤੁਰਦੇ ਨਹੀਂ, ਉੱਧਰ ਚੱਲਦੇ ਨਹੀਂ, ਫਿਰ ਬਾਟ ਜਿਹੜੀ ਆ ਉੱਥੇ ਦੀ ਉੱਥੇ ਹੀ, ਉਨੀ ਦੀ ਉਨੀ ਹੀ ਆ। ਇਸ ਤਰ੍ਹਾਂ ਹੁਣ ਜਿਹੜੇ ਆਮ ਪਾਠੀ ਲੋਕ ਆ ਸਾਰੀ ਜ਼ਿੰਦਗੀ ਉਹ ਪਾਠ ਕਰਦੇ ਆ, ਸਿਰਫ ਇੰਨੇ ਹੁੰਦਾ 30 ਦਿਨ ਜਾਂ ਸੱਤਾ ਪਾਠ ਜਾਂ ਸਹਿਜ ਆ, ਜ਼ਿਆਦਾ ਦਿਨ ਲਾ ਕੇ ਕਰ ਲੈਂਦੇ ਆ, ਉਹਦੇ ਮੁਤਾਬਕ ਪੂਜਾ ਵਗੈਰਾ ਮਿਲ ਜਾਂਦੀ ਹੈ। ਉਹ ਸਾਰੀ ਜ਼ਿੰਦਗੀ ਇਸ ਤਰ੍ਹਾਂ ਬੀਤ ਜਾਂਦੀ ਹੈ। ਗਾਉਣ ਵਜਾਉਣ ਵਾਲੇ ਆ ਜਾਂ ਕੋਈ ਵਿਆਖਿਆਕਾਰ ਹੈਗੇ ਆ, ਮਾਇਆ ਪਦਾਰਥ ਸਤਿਕਾਰ ਪਿਆਰ ਮਿਲ ਜਾਏਗਾ। ਜੇ ਗੁਰ ਸ਼ਬਦ ਦੀ ਕਮਾਈ ਨਹੀਂ ਨਾ ਕਰਾਂਗੇ ਫਿਰ ਜਿਹੜਾ ਆਤਮਾ ਬੋਧ ਆ, ਆਤਮਾ ਪਰਮਾਤਮਾ ਦਾ ਮਿਲਾਪ, ਇਹ ਨਹੀਂ ਹੋਣਾ। ਇਹਦੇ ਵਾਸਤੇ ਤਾਂ ਫਿਰ ਜੋ ਬਾਣੀ ਕਹਿੰਦੀ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਸਾਰਿਆਂ ਨੂੰ ਸ਼੍ਰੋਮਣੀ ਕਰਮ। ਸੰਗਤ ਵਿੱਚ ਆ ਕੇ ਵਿਚਾਰ ਲੈਣੀ, ਉਹਦੇ ਅਨੁਸਾਰ ਚੱਲਣਾ ਔਰ ਸ਼ਬਦ ਦੀ ਕਮਾਈ ਕਰਨੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲੇਖੇ ਕਾ ਲੈਣਾ। ਪੂਰਵਲਾ ਕਰਮ ਵੀ, ਇਹ ਕਰਮ ਵੀ ਸਹਾਇਤਾ ਕਰੇ, ਫਿਰ ਉਹ ਪਿਛਲੇ ਕਰਮ ਵੀ ਮਦਦ ਕਰਨ, ਮੌਜੂਦਾ ਵੀ ਨੇਕ ਕਰਮ ਕੀਤੇ ਜਾਣ। ਇਹ ਦੋਨੋਂ ਰਲ ਕੇ ਇਹਦੇ ਸਹਾਇਕ ਬਣ ਜਾਂਦੇ ਆ। ਇਹ ਪਿਛਲੇ ਵੀ ਪਾਪ ਕਰਮ ਆ, ਹੁਣ ਵੀ ਪਾਪ ਕਰਮ ਕਰੀ ਜਾਂਦਾ, ਇਹ ਤਾਂ ਇਹਦੀ ਬੇੜੀ ਡੁੱਬੇਗੀ, ਤਰੇਗੀ ਨਹੀਂ। ਬਹੁਤਾ ਸੰਸਾਰ ਤਾਂ ਇਵੇਂ ਹੀ ਆ, ਇਸ ਪਾਸੇ ਉਹਨਾਂ ਦਾ ਧਿਆਨ ਹੈ ਹੀ ਨਹੀਂ ਕਿ ਸਾਨੂੰ ਇਹ ਮਨੁੱਖਿਆਂ ਨੂੰ ਕਾਹਦੇ ਵਾਸਤੇ ਮਿਲਿਆ। ਖਾ ਲਿਆ, ਪੀ ਲਿਆ, ਕਰਮ ਕਿਰਿਆ ਕਰ ਲਈ, ਹੱਸ ਤੁਸ ਲਿਆ, ਇੱਕ ਦੂਜੇ ਨੂੰ ਮਸ਼ਕਰੀਆਂ ਠੱਠਾ ਮਜ਼ਾਕ ਕਰ ਲਿਆ। ਔਰ ਬਿਰਲੇ ਬੰਦੇ ਆ ਜਿਹੜੇ ਸੰਗਤ ਕਰਦੇ, ਸੋਝੀ ਆਉਂਦੀ ਹੈ ਕਿ ਸਾਨੂੰ ਮਨੁੱਖ ਜਨਮ ਮਿਲਿਆ, ਪਰਮਾਤਮਾ ਤੋਂ ਅਸੀਂ ਆਪਣੇ ਕੀਤੇ ਕਰਮਾਂ ਨਾਲ ਵਿਛੜ ਗਏ ਹਾਂ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਸਾਡੇ 'ਤੇ ਕਿਰਪਾ ਕਰੋ, ਸਾਨੂੰ ਵਿਛੜਿਆਂ ਨੂੰ ਆਪਣੇ ਚਰਨਾਂ ਨਾਲ ਮਿਲਾਉਣਾ ਕਰੋ। ਫਿਰ ਕਥਾ ਵਾਰਤਾ ਨੂੰ ਗੁਰਸਿੱਖਾਂ ਦੇ ਭਗਤਾਂ ਦੇ ਪ੍ਰਸੰਗ ਸੁਣ ਕੇ ਜਦੋਂ ਮਨ 'ਚ ਉਤਸ਼ਾਹ ਹੋਵੇ ਕਿ ਇਨਸਾਨ ਅੰਮ੍ਰਿਤ ਵੇਲੇ ਉੱਠੇਗਾ, ਆਲਸ ਤਿਆਗੇਗਾ, ਕਰਮ ਕਿਰਿਆ ਕਰਕੇ ਇਸ਼ਨਾਨ ਪਾਣੀ, ਫਿਰ ਪਰਮਾਤਮਾ ਦੇ ਧਿਆਨ 'ਚ ਬੈਠ ਕੇ ਨਾਮ ਬਾਣੀ ਦਾ ਅਭਿਆਸ ਕਰੇਗਾ। ਜਦੋਂ ਫਿਰ ਰੋਜ਼ਾਨਾ
ਇਸ ਤਰ੍ਹਾਂ ਮਿਹਨਤ ਕਰੇਗਾ। ਉੱਠਦਿਆਂ ਬਹਿੰਦਿਆਂ ਫਿਰਦਿਆਂ ਤੁਰਦਿਆਂ ਵੀ ਉਠਤ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਫਿਰ ਜਦੋਂ ਉਹਦਾ ਇਹ ਅਭਿਆਸ ਬਣ ਜਾਏਗਾ, ਪਰਪੱਕਤਾ ਆ ਜਾਏਗੀ, ਫਿਰ ਹੌਲੀ ਹੌਲੀ ਜਿਹੜੀਆਂ ਪਰਤਾਂ ਆਤਮਾ 'ਤੇ ਪਈਆਂ ਹੋਈਆਂ ਨੇ, ਅਗਿਆਨਤਾ ਦੇ ਅਵਿਦਿਆ ਦੇ ਪੜਦੇ ਪਏ ਹੈ, ਹੌਲੀ ਹੌਲੀ ਉਹ ਚੱਕੇ ਜਾਣਗੇ। ਬੱਦਲ ਸੂਰਜ ਮੂਹਰੇ ਆਉਂਦੇ ਆ, ਜਿਉਂ ਜਿਉਂ ਸੂਰਜ ਦਾ ਪ੍ਰਕਾਸ਼ ਵੱਧਦਾ ਪਿਓ ਬੱਦਲ ਧੂਏਂ ਦੇ ਉੱਡ ਜਾਂਦੇ ਆ, ਉਹਦਾ ਪ੍ਰਕਾਸ਼ ਸਾਰੇ ਬ੍ਰਹਿਮੰਡ ਵਿੱਚ ਹੀ ਫੈਲ ਜਾਂਦਾ। ਇਸ ਤਰ੍ਹਾਂ ਜਿਹੜਾ ਆਤਮਾ ਦੇ ਦੁਆਲੇ ਇਹ ਅਗਿਆਨਤਾ ਦੇ ਮੋਹ ਮਮਤਾ ਦੇ ਪੜਦੇ ਪਏ ਹੈ, ਜਦੋਂ ਫਿਰ ਅਭਿਆਸ ਕਰਦਿਆਂ ਕਰਦਿਆਂ ਦੂਰ ਹੋ ਜਾਂਦੇ ਹਨ, ਫਿਰ ਇਹਨੂੰ ਆਪਣੇ ਸਰੂਪ ਦੀ ਆਤਮਾ ਪਦ ਦੀ ਲਖਤਾ ਹੋ ਜਾਂਦੀ ਹੈ। ਇਹਦੇ ਅੰਦਰ ਫਿਰ ਭੇਦ ਬੁੱਧੀ ਨਹੀਂ ਰਹਿੰਦੀ, ਰਾਗ ਦਵੈਸ਼ ਵੀ ਖਤਮ ਹੋ ਜਾਂਦੇ, ਪੰਜ ਵਕਾਰ ਵੀ ਖਤਮ ਹੋ ਜਾਂਦੇ, ਫਿਰ ਸਮ ਦ੍ਰਿਸ਼ਟੀ ਵਾਲਾ ਭਾਵ ਬਣ ਜਾਂਦਾ, ਨਾ ਕੋ ਬੈਰੀ ਨਹੀਂ ਬਗਾਨਾ, ਐਸੀ ਅਵਸਥਾ ਬਣ ਜਾਂਦੀ ਹੈ। ਫਿਰ ਮਨ ਬਿਲਕੁਲ ਸ਼ਾਂਤ ਹੋ ਜਾਂਦਾ, ਅਤੇ ਜਿਹੜਾ ਅਗਿਆਨੀ ਬੰਦਾ ਉਹਦਾ ਮਨ ਅਸ਼ਾਂਤ ਰਹਿੰਦਾ। ਮਨ ਨੂੰ ਸ਼ਾਂਤ ਕਰਨ ਵਾਸਤੇ ਉਹ ਸਿਨੇਮੇ ਦੇਖਦਾ, ਹੋਰ ਕਈ ਤਰ੍ਹਾਂ ਦੀਆਂ ਗੱਲਾਂ ਪੁੱਠੀਆਂ ਸਿੱਧੀਆਂ ਕਰਦਾ, ਪਰ ਇਹ ਚੀਜ਼ਾਂ ਸਾਰੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ। ਨੀਂਦ ਨਹੀਂ ਆਉਂਦੀ, ਨਸ਼ੇ ਪੱਤੇ ਵਰਤਣ ਲੱਗ ਜਾਂਦਾ, ਨੀਂਦ ਆ ਜਾਏ। ਜਿੰਨੇ ਨਸ਼ੇ ਆ, ਕੋਈ ਗਰਮ ਖੁਸ਼ਕ ਆ, ਕੋਈ ਸਰਦ ਖੁਸ਼ਕ ਆ, ਉਹ ਫਿਰ ਜਦੋਂ ਜ਼ਿਆਦਾ ਖੁਸ਼ਕੀ ਵੱਧ ਜਾਂਦੀ ਹੈ, ਫਿਰ ਹੋਰ ਵੱਧ ਤੋਂ ਵੱਧ ਨਸ਼ਾ, ਉਹਦੇ ਨਾਲ ਫਿਰ ਉਹ ਬਿਲਕੁਲ ਹੀ ਹੋਰ ਪਰੇਸ਼ਾਨੀ ਵੱਲ ਚਲੇ ਜਾਂਦਾ। ਮਾਇਆ ਵੀ ਬਰਬਾਦ ਕਰ ਲਈ, ਸਿਹਤ ਵੀ, ਦਿਮਾਗ ਵਿੱਚ ਖੁਸ਼ਕੀ ਪੈ ਗਈ, ਫਿਰ ਅੰਡ ਵੰਡ ਵੀ ਬੋਲਣ ਲੱਗ ਜਾਂਦੇ ਆ, ਪਾਗਲਾਂ ਵਾਲੀ ਕਿਰਿਆ ਬਣ ਜਾਂਦੀ ਹੈ। ਜਿਹੜੇ ਸਿਆਣੇ ਬੰਦੇ ਆ, ਉਹ ਖੁਰਾਕ ਵੀ ਪੁਸ਼ਾਕ ਵੀ ਜਿਵੇਂ ਗੁਰੂ ਮਹਾਰਾਜ ਦਾ ਹੁਕਮ ਆ, ਉਹਦੇ ਮੁਤਾਬਕ ਉਹ ਚੱਲਦੇ ਆ। ਬਾਕੀ ਜਿੰਨਾ ਸੰਸਾਰ ਆ, ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪਾਪ ਪੁੰਨ ਉਚਰੈ। ਜਿਵੇਂ ਮਨ ਕਹਿੰਦਾ, ਸਾਡਾ ਜੀ ਮਨ ਕਹਿੰਦਾ, ਸਾਡਾ ਮਨ ਨਹੀਂ ਮੰਨਦਾ। ਜਿਹੜੇ ਮਨਮਤੀ ਉਹਨਾਂ ਦੀਆਂ ਗੱਲਾਂ, ਜਿਹੜਾ ਗੁਰਮਤੀ ਆ ਉਹ ਫਿਰ ਗੁਰੂ ਦੀ ਮੱਤ ਲੈ ਕੇ ਤੁਰਦਾ। ਹੁਕਮ ਵੀ ਇਹ ਹੀ ਹੈ, ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਕੇ ਤੁਰਨ ਵਾਲਾ ਬੰਦਾ ਧੋਖਾ ਨਹੀਂ ਖਾਂਦਾ। ਜਿਹੜਾ ਆਪਣੀ ਮੱਤ ਵਰਤਦਾ ਉਹ ਧੋਖਾ ਖਾਂਦਾ। ਫਿਰ ਜਿਵੇਂ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਹੀ ਮੁੜਦੀ ਨਾ, ਇਹ ਮੁੜੂਗਾ, ਪਹਿਲਾਂ ਨਹੀਂ ਸਮਝਦਾ। ਕਿ ਬਾਣੀ ਸਾਨੂੰ ਪਹਿਲਾਂ ਸੁਚੇਤ ਕਰਦੀ ਹੈ, ਫਿਰ ਧੱਕੇ ਧੋੜੇ ਖਾ ਕੇ ਫਿਰ ਉੱਥੇ ਹੀ ਆਉਣਾ ਮੁੜ ਕੇ ਜਿੱਥੋਂ ਗਿਆ ਸੀ। ਪਹਿਲਾਂ ਹੀ ਤੂੰ ਸੋਚ ਵਿਚਾਰ ਕੇ ਚੱਲਣਾ ਕਰ, ਇਹਦੇ ਨਾਲ ਤੇਰਾ ਸਫ਼ਰ ਲੰਮਾ ਹੋ ਜਾਏਗਾ। ਅਤੇ ਜੇ ਮਹਾਰਾਜ ਦਾ ਬਚਨ ਮੰਨ ਕੇ ਤੁਰੇਗਾ, ਸਫ਼ਰ ਜਿਹੜਾ ਘੱਟਦਾ ਜਾਏਗਾ। ਉਹ ਜਿਹੜੀ ਬਿੱਥ ਪੈ ਗਈ ਨਾ ਪਰਮਾਤਮਾ ਦੀ, ਤਾਂ ਤੇਰੀ ਦੂਰੀ ਪੈ ਗਈ ਹੈ। ਉਹ ਫਿਰ ਸਿਮਰਨ ਕਰਨੇ ਨਾਲ ਦੂਰੀ ਘੱਟਦੀ ਜਾਏਗੀ। ਇੱਕ ਦਿਨ ਤੂੰ ਫਿਰ ਪਰਮਾਤਮਾ ਦੇ ਨੇੜੇ ਹੋ ਜਾਏਗਾ। ਜਿਵੇਂ ਬਚਨ ਦਾ ਜਿਹੜਾ ਅਧਿਕਾਰੀ ਬੰਦਾ, ਉਹ ਮਨ ਜਿੱਤ ਲੈਂਦਾ ਸੰਗਤ ਦਾ, ਅਤੇ ਜਿਹੜਾ ਵੀ ਗੁਰੂ ਸ਼ਬਦ ਗੁਰੂ ਕੇ ਬਚਨ ਨੂੰ ਅਨੁਕੂਲ ਬਣ ਜਾਂਦਾ, ਉਹ ਮਹਾਰਾਜ ਦਾ ਪਿਆਰਾ ਬਣ ਜਾਂਦਾ। ਪਹਿਲਾਂ ਤਾਂ ਲਹਿਣੇ ਦੇ ਰੂਪ ਵਿੱਚ ਆਏ ਸੀ ਨਾ, ਅਤੇ ਜਦੋਂ ਇਹ ਬਚਨ ਦੇ ਅਧਿਕਾਰੀ ਬਣ ਗਏ, ਮਹਾਰਾਜ ਨੇ ਗੱਲ ਮਿਲਦੇ ਇਹ ਅਸੀਸਾਂ ਇਹ
ਆਪਣੇ ਨਾਲ ਲਾ ਲਿਆ ਅੰਗ ਦੇ। ਕਹਿੰਦੇ ਹੁਣ ਇਹ ਅੰਗਦ ਬਣਦਾ, ਮੇਰਾ ਅੰਗਦ ਹੋ ਗਿਆ। ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪਣੀ ਜੋਤ ਕਲਾ ਉਹਨਾਂ ਵਿੱਚ ਰੱਖ ਦਿੱਤੀ। ਜੋ ਤੋ ਆ ਜੋਤ ਸਾਏ ਸਹਿਕਾਇਆ ਫਿਰ ਪਲਟੀ ਹੈ। ਇਸ ਤਰ੍ਹਾਂ 10 ਜਾਮਿਆਂ ਦੇ ਵਿੱਚ ਜਦੋਂ ਬਚਨ ਦੇ ਅਧਿਕਾਰੀ ਹੋ ਗਏ, ਇਸ ਤਰ੍ਹਾਂ ਗੁਰਸਿੱਖਾਂ ਵਿੱਚ ਵੀ ਜਿਹੜੇ ਬਚਨ ਦੇ ਅਧਿਕਾਰੀ ਬਣੇ, ਸਤ ਵਚਨ ਵਾਲੀ ਪੜ੍ਹਾਈ ਜਿਹਨੇ ਸਿੱਖ ਲਈ, ਉਹ ਗੁਰਸਿੱਖਾਂ ਨੂੰ ਵੀ ਮਹਾਰਾਜ ਨੇ ਬੜੀਆਂ ਬੜੀਆਂ ਉੱਚੀਆਂ ਪਦਵੀਆਂ, ਬੜੀਆਂ ਬੜੀਆਂ ਬਖਸ਼ਾਂ ਕੀਤੀਆਂ। ਇਤਿਹਾਸ ਵਿੱਚ ਉਹਨਾਂ ਗੁਰਸਿੱਖਾਂ ਦੇ ਬੇਅੰਤ ਨਾਮ ਆਉਂਦੇ ਹਨ ਜਿਨ੍ਹਾਂ ਨੇ ਮਹਾਰਾਜ ਦੀਆਂ ਬਖਸ਼ਾਂ ਲਈਆਂ। ਇਹ ਪੜ੍ਹਾਈ ਸਤਿਯੁਗ 'ਚ ਵੀ ਇਹੀ ਸੀ, ਤ੍ਰੇਤੇ ਦੁਆਪਰ ਕਲਯੁਗ ਦੇ ਅੰਦਰ ਵੀ ਇਹੀ ਪੜ੍ਹਾਈ ਹੈ। ਮਨਮੁਖਾਂ ਦੀ ਮਨਮੱਤ ਦੀ ਪੜ੍ਹਾਈ ਹੈ, ਗੁਰਮੁਖਾਂ ਦੀ ਗੁਰਮਤ ਦੀ ਪੜ੍ਹਾਈ ਹੈ। ਜਿਹਨੇ ਗੁਰੂ ਦੀ ਮੱਤ ਨੂੰ ਧਾਰਿਆ, ਗੁਰਮਤਿ ਸਾਇਰ ਪਾਹਣ ਤਾਰੇ। ਸ਼੍ਰੀ ਰਾਮਚੰਦਰ ਜੀ ਨੇ ਗੁਰੂ ਦੀ ਮੱਤ ਨੂੰ ਲਿਆ ਨਾ, ਸਮੁੰਦਰਾਂ ਤੇ ਪੱਥਰ ਧਾਰ ਦਿੱਤੇ। ਗੁਰਮਤਿ ਰਿਸ਼ੀ ਕੇਸ਼ ਗੋਵਰਧਨ ਧਾਰੇ। ਗੁਰੂ ਦੀ ਮੱਤ ਧਾਰਨ ਵਾਲੇ ਕ੍ਰਿਸ਼ਨ ਜੀ ਨੇ ਚੀਚੀ ਉਂਗਲ ਤੇ ਗੋਵਰਧਨ ਪਰਵਤ ਚੁੱਕ ਲਿਆ। ਗੁਰੂ ਦੀ ਮੱਤ ਚਾਹੇ ਸਤਯੁਗ, ਚਾਹੇ ਦੁਆਪਰ, ਚਾਹੇ ਤ੍ਰੇਤਾ, ਚਾਹੇ ਕਲਯੁਗ, ਜਦੋਂ ਵੀ ਗੁਰੂ ਦੀ ਮੱਤ ਧਾਰਾਂਗੇ ਫਿਰ ਮਹਾਰਾਜ ਦੀ ਬਖਸ਼ਿਸ਼ ਮਿਲਦੀ ਹੈ। ਅੱਜ ਕੱਲ੍ਹ ਘਰਾਂ 'ਚ ਵੀ ਕਲੇਸ਼ ਹੈ, ਇਸਤਰੀ ਪੁਰਸ਼ ਦੇ ਝਗੜੇ ਹੈ, ਔਲਾਦ ਦੇ ਮਾਂ-ਪਿਓ ਦੇ ਝਗੜੇ ਹੈ, ਰਿਸ਼ਤੇਦਾਰਾਂ ਦੇ ਹੈ, ਰਾਜਾ ਪ੍ਰਜਾ ਦੇ ਝਗੜੇ ਹੈ, ਮੁਜ਼ਾਹਰੇ ਹੁੰਦੇ, ਪੁਤਲੇ ਫੂਕਦੇ ਫਿਰਦੇ ਆ। ਬਚਨ ਦੀ ਸਾਂਝ ਨਹੀਂ ਨਾ, ਸ਼ਬਦ ਨਾਲੋਂ ਟੁੱਟ ਗਏ। ਉਹ ਜਿਹੜੀ ਸਤਵਚਨ ਦੀ ਪੜ੍ਹਾਈ ਸੀ, ਜਿੱਥੇ ਸਵਾਰਥ ਆ ਜਾਂਦਾ ਉੱਥੇ ਪਰਮਾਰਥ ਨਹੀਂ ਰਹਿੰਦਾ, ਤੇ ਜਿੱਥੇ ਪਰਮਾਰਥ ਆ ਜਾਂਦਾ ਉੱਥੇ ਸਵਾਰਥ ਨਹੀਂ। ਕਿ ਜਿਹੜਾ ਬੰਦਾ ਆਪਣਾ ਬਗਾਰ ਬਰਾਨਾ ਸਾਂਢਾ ਤੇ ਮੇਰਾ ਵਿਗੜ ਜਾਏ ਦੂਏ ਦਾ ਸੁਧਰ ਜਾਏ, ਉਹ ਤਾਂ ਬੰਦਾ ਫਿਰ ਹਰਮਨ ਪਿਆਰਾ ਬਣ ਜਾਂਦਾ। ਪਰ ਅੱਜ ਦਾ ਸੰਸਾਰ ਹੋਰ ਤਰ੍ਹਾਂ ਹੈ। ਜਿਵੇਂ ਰਾਜਸਥਾਨ 'ਚ ਕਹਿੰਦੇ ਕੋਈ ਸੇਠ ਸੀ, ਖੁੱਲੀ ਮਾਇਆ ਗੱਫਾ ਮਿਲਿਆ, ਭਵਨ ਤਿਆਰ ਕੀਤਾ, ਮਨ ਸ਼ੌਕ ਹੋਇਆ ਵੀ ਸੰਗਤ ਦੇ ਚਰਨ ਪਾਈਏ, ਭਾਈਚਾਰਾ ਸਦੀਏ। ਕੋਈ ਬਾਣੀਆਂ ਸੀ, ਉਹਨੂੰ ਵੀ ਬੁਲਾਇਆ, ਹੋਰ ਵੀ ਸਾਰੇ ਊਚ ਨੀਚ, ਵੱਡੇ ਛੋਟੇ, ਪੜ੍ਹੇ ਅਨਪੜ੍ਹੇ। ਉਹ ਰਾਜਸਥਾਨ ਦੇ ਵਿੱਚ ਰਿਵਾਜ ਆ, ਜਦੋਂ ਭੰਡਾਰਾ ਭੰਡੂਰਾ ਕਰ ਲੈਂਦੇ ਨਾ, ਉਹ ਪਾਪੜ ਵਰਤਾਉਂਦੇ ਹੁੰਦੇ ਆ। ਉਹ ਪਾਪੜ ਵਰਤਾ ਰਿਹਾ, ਇੱਕ ਪਾਪੜ ਦਾ ਕਿਨਾਰਾ ਕੁਝ ਟੁੱਟਾ ਹੋਇਆ, ਉਹ ਜਿਹੜਾ ਬਾਣੀਆਂ ਸੀ ਉਹਦੇ ਹਿੱਸੇ ਉਹ ਆ ਗਿਆ। ਬੰਦੇ ਦੀ ਸੋਚ ਹੈ ਨਾ, ਉਹਨੂੰ ਸਮਝਿਆ ਕਿ ਇਹਨੂੰ ਆਪਣੀ ਅਮੀਰੀ ਦਾ ਹੰਕਾਰ ਆ, ਇਹ ਵੀ ਬਾਣੀਆਂ ਮਹਿਮੇ, ਮੇਰੀ ਇਹਨੇ ਬੇਇੱਜ਼ਤੀ ਕੀਤੀ ਹੈ ਤੇ ਮੈਨੂੰ ਭੁਰਿਆ ਪਾਪੜ ਦਿੱਤਾ। ਉਹਨੂੰ ਇੰਨੀ ਗੱਲ 'ਤੇ ਹੋਇਆ ਮੈਂ ਬਦਲਾ ਲੈਣਾ। ਉਹਨੇ ਆਪਣੀ ਜ਼ਮੀਨ ਜਮੂਨ ਵੇਚ ਕੇ ਫਿਰ ਛੋਟੀ ਜਿਹੀ ਦੁਕਾਨ ਪਾ ਲਈ। ਉਹ ਭੰਡਾਰਾ ਜਿਹਾ ਕਰਨ ਦੀ ਸੋਚੀ, ਇਸ ਤਰ੍ਹਾਂ ਨਿਉਂਦੇ ਦਿੱਤੇ ਉਸ ਸ਼ਾਹੂਕਾਰ ਨੂੰ ਵੀ ਪਹਿਲੇ ਨੂੰ, ਅਤੇ ਉਹ ਹੁਣ ਜਿਹੜੇ ਲੰਗਰ ਪਾਣੀ ਛਕਾ ਹਟੇ, ਜੋ ਉੱਥੇ ਉਹਨਾਂ ਦਾ ਰਿਵਾਜ ਉਹਦੇ ਮੁਤਾਬਕ ਪਾਪੜ ਵਰਤਾ ਰਿਹਾ। ਉਹ ਸੇਠ ਨੇ ਅੱਧਾ ਪਾਪੜ ਦਿੱਤਾ,
ਉਹ ਤਾਂ ਬੜਾ ਗੰਭੀਰ ਬੰਦਾ ਸੀ, ਕੋਈ ਨਾਮ ਬਾਣੀ ਵਾਲਾ ਸੀ, ਸਤਸੰਗੀ ਬੰਦਾ ਸੀ। ਉਸ ਦੇ ਮਨ 'ਚ ਤਾਂ ਕੋਈ ਖਿਆਲ ਹੀ ਨਹੀਂ। ਇਹਨੇ ਦੇਖਿਆ ਵੀ ਮੱਥੇ 'ਤੇ ਤਿਊੜੀ ਪਾਏਗਾ ਜਾਂ ਗੁੱਸੇ 'ਚ ਆਏਗਾ, ਉਹਦਾ ਪ੍ਰਭਾਵ ਤਾਂ ਚਿਹਰੇ 'ਤੇ ਆ ਹੀ ਜਾਂਦਾ। ਜਿਹੋ ਜਿਹੀ ਬਿਰਤੀ ਹੋਵੇ ਚਿੰਨ੍ਹ ਪ੍ਰਗਟ ਹੋ ਜਾਂਦੇ ਆ, ਖੁਸ਼ੀ ਵਾਲੇ, ਗਮੀ ਵਾਲੇ ਵੀ, ਕ੍ਰੋਧ ਵਾਲੇ ਵੀ। ਹਰਖ ਸ਼ੋਕ ਦਾ ਪ੍ਰਭਾਵ ਪੈਂਦਾ। ਉਹ ਸਾਧ ਨੂੰ ਉਹਦੇ 'ਤੇ ਕੋਈ ਪ੍ਰਭਾਵ ਨਹੀਂ। ਉਹਨੇ ਦੇਖਿਆ ਵੀ ਇਹ ਤਾਂ ਆਨੰਦ ਖੁਸ਼ ਹੀ ਹੈ। ਉਹ ਤੋਂ ਫਿਰ ਰਿਹਾ ਨਹੀਂ ਗਿਆ ਕਿ ਸੇਠ ਜੀ ਤੁਸੀਂ ਭੰਡਾਰਾ ਕੀਤਾ ਸੀ, ਮੈਨੂੰ ਭੁਰਿਆ ਪਾਪੜ ਦਿੱਤਾ ਸੀ, ਮੈਂ ਇਹ 'ਚ ਬੇਇੱਜ਼ਤੀ ਸਮਝੀ ਵੀ ਜਾਣ ਕੇ ਮੈਨੂੰ ਦਿੱਤਾ, ਅਤੇ ਮੈਂ ਤੁਹਾਨੂੰ ਅੱਧਾ ਪਾਪੜ ਦਿੱਤਾ, ਤੁਹਾਡੇ 'ਤੇ ਕੋਈ ਹਰਖ ਸ਼ੋਕ ਨਹੀਂ। ਉਹ ਕਹਿੰਦੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੈਂ ਅੱਧਾ ਦਿੱਤਾ। ਹਰਖ ਸ਼ੋਕ ਕਾਹਦਾ ਹੁਣ? ਉਹਨੂੰ ਫਿਰ ਕਿਹਾ ਵੀ ਮੈਂ ਤਾਂ ਜਦੋਂ ਤੈਂ ਮੈਨੂੰ ਭੁਰਿਆ ਪਾਪੜ ਦਿੱਤਾ ਸੀ, ਬੜਾ ਗੁੱਸਾ ਸੀ ਕਿ ਮੇਰੀ ਬੇਇੱਜ਼ਤੀ ਕੀਤੀ। ਮੈਂ ਬਦਲਾ ਲੈਣ ਵਾਸਤੇ ਜ਼ਮੀਨ ਵੇਚ ਕੇ ਉਤਸਵ ਕੀਤਾ ਅਤੇ ਤੈਨੂੰ ਵੀ ਨਿਮੰਤਰਣ ਦਿੱਤਾ, ਜਾਣ ਕੇ ਤੈਨੂੰ ਅੱਧਾ ਦਿੱਤਾ। ਉਹ ਕਹਿੰਦਾ ਇਹਦੇ 'ਚ ਮੈਨੂੰ ਤਾਂ ਕੋਈ ਹਰਖ ਸ਼ੋਕ ਨਹੀਂ ਹੈ। ਉਹਨੇ ਕਿਹਾ ਵੀ ਤਾਂ ਬੰਦਾ ਬਹੁਤ ਉੱਚੇ ਖਿਆਲਾਂ ਦਾ, ਸੁੱਚੀ ਪਵਿੱਤਰ ਵਿਚਾਰ ਵਾਲਾ ਹੈ। ਉਹਨੇ ਫਿਰ ਉਹ ਤੋਂ ਖਿਮਾ ਮੰਗੀ। ਉਹ ਕਹਿਣ ਲੱਗਾ ਤੂੰ ਮੇਰੇ ਪਿੱਛੇ ਘਰ ਉਜਾੜਿਆ, ਤੈਨੂੰ ਕਿੰਨੇ ਪੈਸੇ ਚਾਹੀਦੇ ਆ? ਜਿਹੜੀ ਜ਼ਮੀਨ ਵੇਚੀ ਮੁੜ ਕੇ ਫਿਰ ਖਰੀਦ ਲਾ। ਉਸਨੇ ਉਹਦੇ ਪੈਰਾਂ ਵਿੱਚ ਸਿਰ ਰੱਖ ਕੇ ਨਾ ਰੋਇਆ ਨਾ ਮਾਫੀ ਮੰਗੀ। ਜਿਹੜੇ ਵੱਡੀ ਬਿਰਤੀ ਵਾਲੇ ਪੁਰਸ਼ ਉਹ ਤਾਂ ਇੱਥੇ ਆ, ਅਤੇ ਜਿਨ੍ਹਾਂ ਦੇ ਖਿਆਲ ਕਮੀਨੇ ਹੋਛੇ ਬੰਦੇ ਆ, ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਹੈ। ਅੱਜ ਬਹੁਤਾ ਸੰਸਾਰ ਕਮੀਨਾ ਅਤੇ ਹੋਛਿਆਂ ਦਾ ਸੰਸਾਰ ਆ। ਮਾੜੀ ਮਾੜੀ ਗੱਲ 'ਤੇ ਝਗੜੇ, ਮਾੜੀ ਗੱਲ 'ਤੇ ਫਸਾਦ, ਚਾਹੇ ਧਾਰਮਿਕ ਤੌਰ 'ਤੇ ਦੇਖ ਲਓ, ਰਾਜਨੀਤਿਕ ਤੌਰ 'ਤੇ ਦੇਖ ਲਓ, ਸਮਾਜਿਕ ਤੌਰ 'ਤੇ ਦੇਖ ਲਓ, ਵਿਵਹਾਰਕ ਤੌਰ 'ਤੇ ਦੇਖ ਲਓ। ਝਗੜੇ ਹੁੰਦੇ ਜੇ ਉਹਦਾ ਨਿਚੋੜ ਕੱਢੀਏ ਕਈ ਵਾਰੀ ਨਿਕਲਦਾ ਕੁਝ ਵੀ ਨਹੀਂ। ਉਹ ਪਟਿਆ ਪਹਾੜ ਨਿਕਲਿਆ ਚੂਹਾ ਕੁਝ ਵੀ ਨਾ। ਬਹੁਤੇ ਝਗੜਿਆਂ ਦਾ ਮੂਲ ਬੇਸਮਝੀ ਹੈ, ਮੂਰਖਤਾ ਹੈ। ਸਾਡੇ ਸਿੱਖਾਂ ਵਿੱਚ ਤਾਂ ਇਹ ਜ਼ਿਆਦਾ ਹੀ ਹੋਛਾਪਨ ਬਣਦਾ ਜਾ ਰਿਹਾ। ਇੱਕ ਦੂਜੇ ਦੀ ਮਿੱਟੀ ਪੁੱਟਣੀ, ਇੱਕ ਦੂਜੇ ਨੂੰ ਨੀਚੇ ਗਿਰਾਉਣਾ, ਇਹ ਬਹੁਤ ਜ਼ਿਆਦਾ ਸੁਭਾਅ ਬਣਦਾ ਜਾ ਰਿਹਾ, ਜਿਹਦੇ ਕਾਰਨ ਸਾਡੀ ਕੌਮ ਦਾ ਨੁਕਸਾਨ ਪਿੱਛੇ ਹੋਇਆ ਵੀ ਬਹੁਤ ਆ, ਹੋ ਰਿਹਾ, ਅਤੇ ਗਾਹਾਂ ਵੀ ਬਹੁਤ ਡਰ ਆ। ਕਿਉਂਕਿ ਜਦੋਂ ਇਨਸਾਨ ਧੁਰੇ ਨਾਲੋਂ ਟੁੱਟ ਜਾਏ, ਵਿਚਾਰ ਤੋਂ ਪਰੇ ਚਲੇ ਜਾਏ, ਫਿਰ ਇਸ ਤਰ੍ਹਾਂ ਦਾ ਹੋਣਾ ਸੁਭਾਵਿਕ ਹੀ ਹੋ ਜਾਂਦਾ ਹੈ। ਪਰ ਜਦੋਂ ਸਾਡੇ ਬਜ਼ੁਰਗਾਂ ਦੀ ਵਿਚਾਰ ਬੜੀ ਉੱਚੀ ਸੀ, ਮਹਾਰਾਜ ਰਣਜੀਤ ਸਿੰਘ ਜਾ ਰਹੇ ਆ, ਕੋਈ ਗਰੀਬ ਮਾਤਾ ਦਾ, ਵਿਧਵਾ ਦਾ ਬੇਟਾ ਬੇਰੀ ਨੂੰ ਬੇਰ ਲੱਗੇ ਆ, ਭੁੱਖ ਲੱਗੀ ਆ, ਰੋੜੇ ਮਾਰ ਰਿਹਾ। ਉਹ ਰੋੜਾ ਮਹਾਰਾਜ ਦੀ ਸਵਾਰੀ ਜਾਂਦੀ, ਮਹਾਰਾਜ ਰਣਜੀਤ ਸਿੰਘ ਦੇ ਵੱਜ ਗਿਆ। ਸਿਪਾਹੀਆਂ ਨੇ ਪਕੜ ਲਿਆ, ਤੈਨੂੰ ਪਤਾ ਨਹੀਂ ਕਿ ਮਹਾਰਾਜ ਦੀ ਸਵਾਰੀ ਜਾ ਰਹੀ? ਉਹਦੀ ਮਾਤਾ ਵੀ ਆ ਕੇ ਵਿਚਾਰੇ ਰੋਣ, ਗਰੀਬ ਆਦਮੀ, ਪਤਾ ਨਹੀਂ ਕੀ ਸਜ਼ਾ ਮਿਲੇਗੀ। ਮਹਾਰਾਜ ਕੋਲ ਆ ਗਏ ਕਿ ਮਹਾਰਾਜ ਰੋੜੇ ਮਾਰੇ ਆ ਆਪ ਜੀ ਦੇ ਵਜ੍ਹਾ। ਉਹ ਕਹਿੰਦੇ ਵੀ ਬੱਚੇ ਰੋੜਾ ਕਿਉਂ ਮਾਰਿਆ? ਕਹਿੰਦੇ ਮਹਾਰਾਜ ਭੁੱਖ ਲੱਗੀ ਸੀ, ਘਰੇ ਖਾਣ ਖੂਣ ਨੂੰ ਨਹੀਂ, ਬੇਰ ਲਾਉਂਦਾ ਸੀ। ਮਹਾਰਾਜ ਰਣਜੀਤ ਸਿੰਘ ਕਹਿਣ ਲੱਗੇ, ਮੈਂ ਬੇਰੀ ਨੂੰ ਵੀ ਗਿਆ ਗੁਜ਼ਰਿਆ, ਇਹ ਕੰਡਿਆਂ ਵਾਲੀ ਬੇਰੀ ਰੋੜੇ ਖਾ ਕੇ ਵੀ ਖਾਣ ਨੂੰ ਬੇਰ ਦੇਈ ਜਾਂਦੀ ਹੈ। ਤੈਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਧੰਨ ਕਲਗੀਆਂ ਵਾਲੇ ਪਾਤਸ਼ਾਹ ਨੇ ਰਾਜ ਦਿੱਤਾ, ਗਰੀਬੀ ਕੱਢ ਦਿੱਤੀ, ਮਾਲੋ ਮਾਲ ਕਰ।
ਜਦੋਂ ਸਾਡੇ ਸਿੱਖਾਂ ਦੀ ਸੋਚ ਇਹ ਸੀ, ਉਦੋਂ ਤੁਹਾਡੀ ਲਾਹੌਰ ਰਾਜਧਾਨੀ ਸੀ, ਖਾਲਸਾ ਰਾਜ ਦਾ ਝੰਡਾ ਝੁੱਲਦਾ ਸੀ। ਤੇ ਜਦੋਂ ਸਾਡੇ 'ਚ ਕਮੀਨਾਪਨ ਆ ਗਿਆ ਤੇ ਜੋ ਹੁਣ ਇਸ ਵੇਲੇ ਦਸ਼ਾ ਉਹ ਤੁਹਾਡੇ ਸਾਹਮਣੇ ਹੀ ਆ। ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਆ, ਪੜ੍ਹੇ ਲਿਖੇ ਆ, ਆਪ ਵਿਚਾਰ ਲਿਓ। ਸੋ ਆਓ, ਬਾਣੀ ਸਾਨੂੰ ਜਿਹੜੇ ਧੁਰੇ ਨਾਲ ਟੁੱਟੇ ਆ ਉਹਦੇ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ। ਕਰੋ ਰਸਨਾ ਪਵਿੱਤਰ ਗਜ ਕੇ ਬੋਲੋ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਣਾ ਕੋ ਮੇਰਾ ਕਿਸ ਗਹੀ। ਇਹ ਸੰਸਾਰ ਦੇ ਉੱਤੇ ਮੇਰਾ ਕੌਣ ਹੈ? ਕਿਹਦੀ ਸ਼ਰਨ ਗ੍ਰਹਿਣ ਕਰੀਏ? ਕੋਈ ਸ਼ਰਨ ਦੇਣ ਜੋਗਾ ਹੈ? ਬਾਬਾ ਵੀਰ ਸਿੰਘ ਨਰੰਗਾਵਾਦ ਵਾਲਿਆਂ ਨੂੰ ਕਹਿੰਦੇ, ਆਹ ਬੰਦੇ ਸਾਨੂੰ ਪਕੜਾ ਦਿਓ, ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ। ਬਾਬਾ ਜੀ ਕਹਿੰਦੇ, ਬੁੱਚੜਾਂ ਨੂੰ ਤਾਂ ਗਾਂ ਪਕੜਾਈ ਨਹੀਂ ਜਾਂਦੀ। ਕੋਈ ਗੁਰੂ ਮਾਰਿਆ ਹੈ ਜਿਹੜਾ ਬਾਂਹ ਫੜਨ ਜੋਗਾ ਹੈ? ਕੋਈ ਬਾਂਹ ਫੜਨ ਜੋਗਾ ਹੋਵੇ ਤਾਂ ਬਾਂਹ ਫੜਾਈਏ ਨਾ। ਤੁਸੀਂ ਤਾਂ ਇਹਨਾਂ ਦੇ ਖੂਨ ਦੇ ਪਿਆਸੇ ਬਣੇ ਹੋਏ ਆ। ਇਸ ਵਾਸਤੇ ਮਹਾਰਾਜ ਕਹਿੰਦੇ, ਜਾਂ ਤਾਂ ਉਹ ਅਕਾਲ ਪੁਰਖ ਜਾਂ ਕੋਈ ਪੂਰਨ ਮਹਾਂਪੁਰਖ ਕਿਸੇ ਦੀ ਬਾਂਹ ਪਕੜ ਸਕਦਾ, ਨਾ ਓੜ ਨਿਭਾ ਸਕਦਾ। ਬਾਕੀ ਸੰਸਾਰ ਤਾਂ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਧੋਖਾ ਦੇ ਜਾਣਾ ਹੈ, ਜਿਨ੍ਹਾਂ ਦੀ ਆਸਾਂ ਕਰਦੇ ਆ। ਇਸ ਵਾਸਤੇ ਨਾ ਕੋ ਮੇਰਾ, ਇਹਨਾਂ 'ਚ ਤਾਂ ਸਾਡਾ ਕੋਈ ਹੈ ਨਹੀਂ। ਕਿਹਦੀ ਓਟ ਗ੍ਰਹਿਣ ਕੀਤੀ ਜਾਏ, ਕਿਹਦੀ ਬਾਂਹ, ਕਿਹਦੀ ਉਂਗਲ ਫੜੀ ਜਾਏ, ਕੋਈ ਸਹਾਰਾ ਦੇਣ ਜੋਗਾ ਨਹੀਂ ਹੈ। ਅਣਾ ਕੋ ਹੋਆ ਨਾ ਹੋਗ। ਆ ਜਿਨ੍ਹਾਂ ਉੱਤੇ ਲੋਕ ਆਸਾਂ ਕਰਦੇ, ਨਾ ਪਿੱਛੇ ਸੀ ਨਾ ਹੁਣ, ਨਾ ਅੱਗੇ ਕੋਈ ਸਹਾਰਾ ਦੇਣ ਜੋਗਾ ਨਹੀਂ। ਬਹੁਤ ਦੇਵੀ ਦੇਵਤੇ ਵੀ ਸੀ। ਹਿੰਦੁਸਤਾਨ 'ਚ 365 ਰਿਆਸਤਾਂ ਵੀ ਸੀਆਂ, ਔਰ ਜਿਨ੍ਹਾਂ ਨੇ ਮੰਦਰ ਬਣਾਏ, ਭਗਵਾਨ ਕਹਿ ਕੇ ਉਹਨਾਂ ਦੇ ਬੁੱਤ ਮੂਰਤੀਆਂ ਸਥਾਪਿਤ ਕੀਤੀਆਂ, ਹੀਰੇ ਜਵਾਹਰਾਤ, ਸੋਨੇ ਚਾਂਦੀ ਸਾਰਾ ਕੁਝ ਕੀਤਾ ਕਰਾਇਆ। ਜੈਪੁਰ ਔਰੰਗਜ਼ੇਬ ਨੇ ਆਪ ਬਹਿ ਕੇ 1400 ਮੰਦਰ ਤਬਾਹ ਕੀਤਾ ਸੀ। ਨਾ ਤਾਂ ਟੱਲੀਆਂ ਖੜਕਾਉਣ ਵਾਲੇ ਜਿਹੜੇ ਪੂਜਾ ਖਾਂਦੇ ਸੀ ਉਹਨਾਂ ਦਾ ਹੌਸਲਾ ਪਿਆ, ਤੇ ਨਾ ਜਿਨ੍ਹਾਂ ਰਾਜਿਆਂ ਨੇ ਉਹ ਸੇਵਾ ਕਰਾਈ ਸੀ ਉਹਨਾਂ 'ਚ ਹਿੰਮਤ ਪਈ ਕਿ ਔਰੰਗਜ਼ੇਬ ਦਾ ਮੁਕਾਬਲਾ ਆਪਣੀਆਂ ਫੌਜਾਂ ਨਾਲ ਕਰਿਓ। ਫੌਜਾਂ ਦੇ ਬਲ ਨਹੀਂ ਇਹ ਕੁਝ ਕਰਦਾ ਸੀ ਨਾ। ਸਾਹਮਣੇ ਜਿਨ੍ਹਾਂ ਨੂੰ ਭਗਵਾਨ ਕਹਿੰਦੇ ਸੀ, ਬੁੱਤ ਤੋੜ ਤੋੜ ਮਿੱਟੀ 'ਚ ਮਿਲਾ ਦਿੱਤੇ, ਨਾ ਤਾਂ ਪੂਜਾ ਖਾਣ ਵਾਲੇ ਬੋਲੇ, ਤੇ ਨਾ ਜਿਨ੍ਹਾਂ ਨੇ ਉਹ ਮੰਦਰ ਬਣਾ ਬਣਾ ਕੇ ਅਸੀਂ ਬੜਾ ਜੀ ਪੁੰਨ ਕੀਤਾ, ਭਗਵਾਨ ਦੇ ਮੰਦਰ ਬਣਾਏ ਹੈ, ਤੇ ਜਾਂ ਜਿਹੜੇ ਬੁੱਤਾਂ ਰੂਪੀ ਭਗਵਾਨ ਸੀ ਉਹ ਵੀ ਆਪਣੇ ਆਪ ਨੂੰ ਬਚਾਉਣ ਲਈ ਬੋਲੇ ਨਹੀਂ। ਕੋਈ ਮੁਗਲ ਨਾ ਅੰਧਾ ਹੋਆ, ਕਿਨੇ ਨਾ ਪਰਚਾ ਲਾਇਆ। ਫਿਰ ਇਸੇ ਤਰ੍ਹਾਂ ਸਵਾ ਮਣ ਜੰਜੂ ਲਾ ਲਾ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 400 ਸਾਲਾ ਜਾਂ 1-2 ਸਾਲ ਉੱਤੇ ਹੋਏ ਮਨਾਇਆ, ਤੇ ਮਹਾਰਾਜ ਨੇ ਉਸ ਵੇਲੇ ਬਾਂਹ ਫੜੀ। ਹੁਣ ਤਾਂ ਅਸੀਂ ਵੀ ਬਾਂਹ ਛਡਾਈ ਫਿਰਦੇ ਹਾਂ। ਸਾਡੇ ਸਿੱਖ ਵੀ ਪਰੇ ਪਰੇ ਜਾ ਰਹੇ ਨਾ, ਸਿੱਖੀ ਧਾਰਨ ਵਾਸਤੇ ਤਿਆਰ ਨਹੀਂ। ਸਿੱਖਾਂ ਦੇ ਘਰ ਜੰਮ ਕੇ ਸਿੱਖ ਬਣਨ ਲਈ ਤਿਆਰ ਨਹੀਂ। ਐਸੀ ਹਵਾ ਕੋਈ ਪੁੱਠੀ ਵਗ ਰਹੀ ਹੈ, ਕਹਿ ਕੇ ਦੇਖ ਲਓ, ਕੋਈ ਮੰਨਣ ਨੂੰ ਤਿਆਰ ਨਹੀਂ। ਕਹਿੰਦੇ ਜਦੋਂ ਸਮਾਂ ਆ ਗਿਆ, ਇਹਨਾਂ 'ਚੋਂ ਕੌਣ ਸਹਾਈ ਹੋਏਗਾ, ਕੌਣ ਬਾਂਹ ਫੜੇਗਾ,
ਪਿੱਛੇ ਕੋਈ ਨਹੀਂ, ਹੁਣ ਕੋਈ ਨਹੀਂ, ਗਾਹਾਂ ਕੋਈ ਨਜ਼ਰ ਨਹੀਂ ਆਉਂਦਾ ਹੈ। ਆਵਣ ਜਾਣ ਵਿਗੁਚੀਐ। ਫਿਰ 84 ਲੱਖ ਜੂਨਾਂ ਵਿੱਚ ਆਉਣਾ ਜਾਣਾ ਬਣ ਜਾਏਗਾ। ਕਦੀ ਜੰਮ ਗਏ, ਕਦੀ ਮਰ ਗਏ। ਇਹ ਬੜਾ ਵੱਡਾ ਚੱਕਰ ਹੈ। ਇਹਦੇ 'ਚ ਤੈਨੂੰ ਬਹੁਤ ਬਗੋਚਾ ਹੋਏਗਾ, ਬੜਾ ਖਰਾਬ ਤੇ ਖੁਆਰ ਹੋਣਾ ਪਵੇਗਾ। ਦੁਬਿਧਾ ਵਿਆਪੈ ਰੋਗ। ਇਹ ਸੰਸਾਰ ਦੇ ਜੀਵਾਂ ਨੂੰ ਦੁਬਿਧਾ ਦਾ ਰੋਗ ਵਿਆਪ ਰਿਹਾ। ਜਿੱਥੇ ਦਾ ਮੋਹ ਮਮਤਾ, ਉੱਥੇ ਲੁੱਟ ਖਸੁੱਟ ਕਰਕੇ ਵੀ ਕਹਿੰਦੇ ਮੁੰਡੇ ਕੁੜੀਆਂ ਨੂੰ ਖਿਲਾਈਏ, ਆਪ ਖਾਈਏ। ਜਿੱਥੇ ਦਵੈਸ਼ ਆ, ਉੱਥੇ ਕਤਲੋ ਗਾਰਤ ਤੋਂ ਵੀ ਢਿੱਲ ਨਹੀਂ ਕਰਦੇ, ਦੂਏ ਦਾ ਘਾਤ ਕਰਨ ਤੋਂ। ਆ ਵਿਆਹ ਸ਼ਾਦੀਆਂ ਵਿੱਚ ਹੁੰਦਾ ਤਾਂ ਖੁਸ਼ੀ ਦਾ ਸਮਾਗਮ ਆ, ਕਿੰਨੇ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ, ਔਰ ਮੂੰਹ ਦੇ ਸਵਾਦ ਵਾਸਤੇ ਕਿੰਨੇ ਜਾਨਵਰ ਜ਼ਬ੍ਹਾ ਕੀਤੇ ਜਾ ਰਹੇ ਆ। ਕਿਹੜੇ ਪਾਸੇ ਸੰਸਾਰ ਤੁਰਿਆ ਹੋਇਆ। ਇਸ ਪ੍ਰਕਾਰ ਮਹਾਰਾਜ ਦੱਸਦੇ ਹਨ। ਫੇਰ ਪੜ੍ਹ ਭਾਈ। ਦੁਬਿਧਾ ਵਿਆਪੈ ਰੋਗ। ਇਹ ਦੁਬਿਧਾ, ਦਵੈਸ਼ ਤੇ ਰਾਗ, ਝੂਠਾ ਮੋਹ, ਝੂਠੀ ਦਵੈਸ਼, ਇਹ ਸਾਰੇ ਸੰਸਾਰ ਨੂੰ ਰੋਗ ਵਿਆਪ ਰਿਹਾ ਹੈ। ਨਾਮ ਵਿਹੂਣੇ ਆਦਮੀ। ਇਹ ਪਾਤਸ਼ਾਹ ਐਸਾ ਕਿਉਂ ਹੋ ਰਿਹਾ? ਮਹਾਰਾਜ ਕਹਿੰਦੇ ਜਿਹੜੇ ਨਾਮ ਦੀ ਕਮਾਈ ਤੋਂ ਬਿਨਾਂ ਬੰਦੇ ਆ, ਉਹ ਇਸ ਤਰ੍ਹਾਂ ਦੇ ਰਾਗ ਦਵੈਸ਼ ਵਾਲੇ ਕੰਮ ਕਰਦੇ ਹਨ। ਕੱਲਰ ਕੰਧ ਗਿਰੰਤ। ਕਹਿੰਦੇ ਇਹਨਾਂ ਲੋਕਾਂ ਦਾ ਕੋਈ ਜੀਵਨ ਸਥਿਰ ਮਜ਼ਬੂਤ ਨਹੀਂ ਹੁੰਦਾ। ਜਿਵੇਂ ਕਲਰ ਦੀ ਕੰਧ ਜਿਹੜੀ ਡਿੱਗ ਪੈਂਦੀ ਆ ਨਾ, ਉਹ ਹੌਲੀ ਹੌਲੀ ਝੜ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਪਾਪੀ ਲੋਕ ਹਨ, ਇਹ ਸਰੀਰ ਰੂਪੀ ਕੰਧ ਉਹਨਾਂ ਦੀ ਵੀ ਗਿਰ ਜਾਂਦੀ ਹੈ। ਜਦੋਂ ਸੰਕਟ ਦਾ ਸਮਾਂ ਆਉਂਦਾ, ਧਰਮ ਕਰ ਸਗਲੋ ਹੀ ਖੋਵੈ। ਨਾ ਕੋਈ ਧਰਮ ਰਹਿੰਦਾ, ਨਾ ਕੋਈ ਕਰਮ ਰਹਿੰਦਾ। ਉਹ ਤਾਂ ਭਾਈ ਮਨੀ ਸਿੰਘ ਹੋਣੀ ਸੀਗੇ ਨਾ, ਜਾਂ ਗੁਲਜ਼ਾਰ ਸਿੰਘ ਉਹਨਾਂ ਦੇ ਪਰਿਵਾਰ ਦੇ, ਜਿੰਨੀਆਂ ਖੱਲਾਂ ਲਾ ਦਿੱਤੀਆਂ, ਬੰਦ ਕੱਟ ਦਿੱਤੇ, ਧਰਮ ਔਰ ਅਸੂਲ ਵਿੱਚ ਕਾਇਮ ਰਹੇ। ਹੁਣ ਇਸ ਵੇਲੇ ਲੋਕਾਂ ਦਾ ਨਾ ਕੋਈ ਧਰਮ ਆ, ਨਾ ਕੋਈ ਧੜਾ। ਬਸ ਹੁਣ ਤਾਂ ਡਿੱਡੂ ਛੜਪ ਪਈ ਹੈ। ਕਦੀ ਉੱਧਰ ਨੂੰ ਦੌੜ ਗਿਆ, ਕਦੀ ਇੱਧਰ ਦੌੜ ਗਿਆ। ਕੋਈ ਕਿਸੇ 'ਤੇ ਯਕੀਨ ਹੈ ਹੀ ਨਹੀਂ ਵੀ ਕਿੱਥੇ ਖੜਨਗੇ ਇਹ। ਇਸ ਤਰ੍ਹਾਂ ਦਾ ਹਾਲ ਸੰਸਾਰੀ ਲੋਕਾਂ ਦਾ ਬਣਿਆ ਹੋਇਆ ਹੈ। ਕੱਲਰ ਕੰਧ ਗਿਰੰਤ। ਜਿਹੜੀ ਕੰਧ ਨੂੰ ਕਲਰ ਲੱਗ ਜਾਏ ਉਹ ਗਿਰ ਜਾਂਦੀ ਹੈ ਨਾ। ਜਿੰਨਾ ਮਰਜ਼ੀ ਸੀਮਿੰਟ ਲਾਓ, ਸੀਮਿੰਟ ਵੀ ਉਖੜ ਜਾਂਦਾ ਕਲਰ ਜਿਹੜਾ। ਇਸ ਤਰ੍ਹਾਂ ਜਿਨ੍ਹਾਂ ਨੂੰ ਇਹ ਬੁਰਾਈ ਦਾ ਕਲਰ ਪੈ ਗਿਆ, ਉਹ ਵੀ ਧਰਮ ਕਰਮ ਤੋਂ ਡਿੱਗ ਪੈਂਦੇ ਹਨ। ਵਿਣ ਨਾਵੈ ਕਿਉ ਛੁਟੀਐ। ਬਾਦਸ਼ਾਹ ਕਹਿੰਦੇ ਬਿਨਾਂ ਪਰਮੇਸ਼ਰ ਦੇ ਨਾਮ ਦੀ ਕਮਾਈ ਤੋਂ ਕਿਸੇ ਪ੍ਰਕਾਰ ਵੀ ਇਨਸਾਨ ਦਾ ਛੁਟਕਾਰਾ ਨਹੀਂ ਹੋ ਸਕਦਾ। ਭਾਵੇਂ ਜਿੰਨੇ ਮਰਜ਼ੀ ਇਹ ਪਖੰਡਮਈ ਕਰਮ ਕਰ ਲੈਣਾ ਕਰੇ। ਜਾਇਰ ਸਤ ਲਿਅੰਤ। ਅੰਤ ਨੂੰ ਐਸੇ ਜਿਹੜੇ ਪਾਪੀ ਦੁਰਾਚਾਰੀ ਲੋਕ ਆ, ਔਰ ਸੱਤ ਲਵੇਂ ਨੇ, ਜਿਹੜਾ ਸੱਤਵਾਂ ਪਤਾਲ ਨਰਕ ਆ, ਉੱਥੇ ਜਾ ਕੇ ਡਿੱਗਦੇ ਹਨ। ਗਣਤ ਗਣਾਵੈ ਅੱਖਰੀ। ਇਹ ਲੋਕ ਅੱਖਰਾਂ ਨਾਲ ਮੂੰਹ ਜਵਾਨੇ ਬੜੇ ਚਤਰ ਬਣ ਕੇ ਬੜੀਆਂ ਗਿਣਤੀਆਂ ਗਣਾਉਂਦੇ। ਅਸੀਂ ਤਾਂ ਜੀ ਆਹ ਚੰਗੇ ਕੰਮ ਕੀਤੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਜਿਵੇਂ ਸਿਆਸੀ ਲੋਕ ਥੋੜ੍ਹੇ ਪੁਲ ਬੰਨ੍ਹਦੇ, ਬਸ ਸਾਡੀ ਸਰਕਾਰ ਆ ਜਾਏਗੀ, ਇਸ ਤਰ੍ਹਾਂ ਕਰ ਦਿਆਂਗੇ, ਉਹ ਕਰ ਦਿਆਂਗੇ। ਕਰਨਾ ਕਰਾਉਣਾ ਕੁਝ ਨਹੀਂ, ਬਸ ਉਹ ਲਪੋਟ ਸੰਖ ਹੀ ਹੈ। ਗੱਲਾਂ ਬਾਤਾਂ ਨਾਲ ਹੀ ਘਰ ਪੂਰਾ ਕਰੀ ਜਾਂਦੇ ਹੈ। ਇਸ ਵਾਸਤੇ ਕਹਿੰਦੇ ਹੈ ਅੱਖਰਾਂ ਨਾਲ, ਬਹੁਤੀਆਂ ਗੱਲਾਂ ਬੋਲਣ ਦੇ ਨਾਲ, ਬਹੁਤੇ ਲੱਛੇਦਾਰ ਗੱਲਾਂ ਕਰਨੇ ਦੇ ਨਾਲ, ਬਹੁਤੀਆਂ ਗਿਣਤੀਆਂ ਗਣ ਨਾਲ ਪਰਮਾਤਮਾ ਦੇ ਦਰਬਾਰ ਵਿੱਚ ਛੁਟਕਾਰਾ ਨਹੀਂ। ਇਹ ਲੋਕ ਤਾਂ ਇਹੋ ਜਿਹੀਆਂ ਗੱਲਾਂ ਨਾਲ ਸ਼ਾਇਦ ਅੱਖਰਾਂ ਦੀ ਹੇਰ ਫੇਰ ਨਾਲ ਭਰਮ ਜਾਣ,
ਉਹ ਪਰਮਾਤਮਾ ਭਰਮਣੇ ਵਾਲਾ ਨਹੀਂ ਹੈ। ਅਗਣਤ ਸਾਚਾ ਸੋਏ। ਉਹ ਪਰਮਾਤਮਾ ਗਿਣਤੀਆਂ ਮਿਣਤੀਆਂ ਥੋੜ੍ਹੀ ਜਾਂ ਫੁੱਟਿਆਂ ਜਾਂ ਪਮਾਨਿਆਂ ਜਾਂ ਫੀਤਿਆਂ ਨਾਲ ਮਿਣ ਕੇ ਦੱਸ ਦਿਆਂਗੇ। ਇਸ ਕਰਕੇ ਕਹਿੰਦੇ ਉਹ ਤਾਂ ਸੱਚਾ ਅਗਣਤ ਆ। ਉੱਥੇ ਗਿਣਤੀਆਂ ਮਿਣਤੀਆਂ ਦੁਆਰਾ ਗਿਆਨ ਧਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਅਗਿਆਨੀ ਮਤਹੀਣ ਹੈ। ਜਿਹੜੇ ਅਗਿਆਨੀ ਲੋਕ ਆਪਣੇ ਆਪ ਨੂੰ ਚਤਰ ਤਾਂ ਬਹੁਤ ਸਮਝਦੇ ਆ, ਪਰ ਮਤ ਤੋਂ ਹੀਣੇ ਆ, ਕਿਉਂਕਿ ਨਾਮ ਬਾਣੀ ਸਿਮਰਨ ਸਤਸੰਗ ਨਾਲੋਂ ਟੁੱਟੇ ਹੋਏ ਹਨ। ਗੁਰ ਬਿਨ ਗਿਆਨ ਨਾ ਹੋਏ। ਹਾਂ, ਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਆਪਾ ਭਾਵ ਹੰਕਾਰ ਛੱਡਣ ਤੋਂ ਬਿਨਾਂ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਟੂਟੀ ਤੰਤਰ ਬਾਬ ਕੀ। ਜਿਵੇਂ ਰਬਾਬ ਦੀ ਤੰਦ ਜੇ ਟੁੱਟ ਜਾਵੇ, ਵਾਜੈ ਨਹੀਂ ਵਿਜੋਗ। ਉਹ ਵੱਜੇਗੀ ਕਿਵੇਂ? ਉਹ ਤਾਂ ਵਿਜੋਗ ਹੋ ਗਿਆ, ਟੁੱਟ ਗਈ ਆ ਨਾ। ਇਹ ਤਾਂ ਟਿਪ ਟਿਪ ਕਰੀ ਜਾਏਗੀ, ਉਹਦੇ ਚੋਂ ਕੋਈ ਰਾਗ ਥੋੜ੍ਹੀ ਨਿਕਲੇਗਾ। ਅਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਦੀਆਂ ਤਾਰਾਂ ਟੁੱਟੀਆਂ ਹੋਈਆਂ, ਅਤੇ ਉੱਥੇ ਫਿਰ ਪਰਮਾਤਮਾ ਦੇ ਪਿਆਰ ਦਾ ਰਾਗ ਕਿੱਥੋਂ ਨਿਕਲਣਾ? ਉੱਥੇ ਰਾਗ ਨਹੀਂ ਨਿਕਲਦਾ। ਬਹੁਤ ਵੱਡੇ ਰਾਗੀ ਸੀ, ਬੜਾ ਸੋਹਣਾ ਕੀਰਤਨ ਕਰਦੇ ਸੀ, ਸ਼ੇਅਰਬਾਜ਼ੀ ਬਹੁਤ ਕਰਦੇ ਸੀ, ਨਾਲ ਪ੍ਰਚਾਰਕ ਵੀ ਬੜੇ ਤਕੜੇ ਸੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖਵਾਲ ਕਹਿਣ ਲੱਗੇ, ਰਾਗੀ ਸਿੰਘੋ, ਅੱਜ ਤੁਹਾਡੀ ਜ਼ੁਬਾਨ 'ਤੇ ਗੁਰੂ ਨਾਨਕ ਪਾਤਸ਼ਾਹ ਨਹੀਂ ਬੋਲੇ। ਕਹਿੰਦੇ ਮਹਾਰਾਜ ਕੀ ਕਾਰਨ? ਅਸੀਂ ਤਾਂ ਬੜਾ ਸੁਰ ਤਾਲ ਵਿੱਚ ਗਾਇਆ ਹੈ ਸ਼ਬਦ। ਕਹਿੰਦੇ ਅੱਜ ਤੁਹਾਡੀ ਜ਼ੁਬਾਨ 'ਤੇ ਕੁੱਕੜ ਬੋਲ ਰਿਹਾ ਹੈ। ਰਾਗੀਆਂ ਨੇ ਹੱਥ ਜੋੜ ਲਿਆ, ਰਾਤ ਮਾਰਾ ਕੁੱਕੜ ਛਕਿਆ ਸੀ। ਕਹਿੰਦੇ ਉਹ ਐਡੇ ਵੱਡੇ ਰਾਗੀ ਜਿਹੜੀ ਜ਼ੁਬਾਨ ਨਾਲ ਬਾਣੀ ਪੜ੍ਹਦੇ ਆ, ਉਹਦੇ ਨਾਲ ਆ ਕੁਝ ਕਰਦੇ ਆ। ਦੋਨੋਂ ਕੰਨ ਫੜ ਲੈ ਕਿ ਮਹਾਰਾਜ ਬਖਸ਼ ਦਿਓ, ਮੁੜ ਕੇ ਨਹੀਂ ਕਰਾਂਗੇ। ਜਦੋਂ ਵੀ ਅੰਦਰੋਂ ਤਾਰ ਪ੍ਰੇਮ ਦੀ ਟੁੱਟ ਜਾਏ ਨਾ, ਰਾਗ ਤੋਂ ਬਰਾਗ ਵਿੱਚ ਜਾਣਾ ਹੈ। ਅਤੇ ਜੇ ਰਾਗ ਤੋਂ ਰੋਗੀ ਬਣ ਗਿਆ ਫਿਰ ਤਾਂ ਗੱਲ ਨਹੀਂ ਨਾ ਬਣਨੀ। ਜਦੋਂ ਰਬਾਬ ਦੀ ਕਹਿੰਦੇ ਤਾਰ ਟੁੱਟ ਜਾਏ, ਬਾਜਿਆ ਨਹੀਂ ਵਿਜੋਗ, ਵਿਛੋੜਾ ਪੈ ਗਿਆ, ਟੁੱਟ ਗਈ ਆਪਣੇ ਮੂਲ ਨੂੰ, ਉੱਚੋਂ ਰਾਗ ਦੀ ਧੁਨ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਜੇ ਪ੍ਰੇਮ ਦੀ ਤਾਰ ਟੁੱਟ ਜਾਏ ਨਾ ਅੰਦਰੋਂ, ਗੁਰੂ ਨਾਲੋਂ ਅੰਦਰੋਂ, ਫਿਰ ਜਿਹੜਾ ਮਹਾਰਾਜ ਦੇ ਪਿਆਰ ਵਾਲਾ ਰਾਗ ਆ ਉਹ ਪੈਦਾ ਨਹੀਂ ਹੁੰਦਾ ਹੈ। ਵਿਛੜਿਆ ਮਿਲੈ ਪ੍ਰਭੂ। ਕਹਿੰਦੇ ਮਹਾਰਾਜ ਫਿਰ ਕਿਵੇਂ ਇਹ ਟੁੱਟਾ ਜੀਵ ਕਿਵੇਂ ਜੁੜੇ? ਕਹਿੰਦੇ ਉਹਦੇ ਅੱਗੇ ਅਰਦਾਸ ਕਰੇ, ਔਗਣਾਂ ਦਾ ਤਿਆਗ ਕਰੇ, ਗਲਤੀ ਦਾ ਅਹਿਸਾਸ ਕਰਕੇ ਉਹਦਾ ਪ੍ਰਾਸ਼ਚਿਤ ਕਰੇ, ਗੁਰੂ ਮਹਾਰਾਜ ਦੇ ਹੁਕਮ ਵਿੱਚ ਆ ਜਾਏ, ਭਾਣੇ ਰਜ਼ਾ ਵਿੱਚ। ਫਿਰ ਕਹਿੰਦੇ ਜਦੋਂ ਉਹਦੇ ਚਰਨਾਂ 'ਚ ਅਰਦਾਸ ਕਰਾਂਗੇ, ਹਾਂਜੀ ਪੜ੍ਹੋ ਫਿਰ। ਵਿਛੜਿਆ ਮਿਲੈ ਪ੍ਰਭੂ। ਪ੍ਰਭੂ ਬੜਾ ਦਿਆਲੂ ਆ, ਉਹ ਵਿਛੜਿਆਂ ਨੂੰ ਮੇਲ ਲੈਂਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਤੈਸੋ ਹੀ ਮੈਂ ਡੀਠ। ਵਿਛੜਿਆਂ ਮਿਲੈ ਪ੍ਰਭੂ ਹਰ ਦਰਗਾਹ ਕਾ ਬਸੀਠ। ਉਹ ਤਾਂ ਐਸਾ, ਪਰ ਜੇ ਉਹਦੇ ਚਰਨਾਂ 'ਚ ਆ ਕੇ ਭੁੱਲ ਮੰਨ ਲੈ, ਗਲਤੀ, ਇਹਦਾ ਕੋਡਾਰਾ ਸੱਜਣ ਠੱਗ ਵੀ ਬਖਸ਼ੇ ਜਾਂਦੇ। ਅਤੇ ਜੇ ਉੱਥੇ ਆ ਕੇ ਚਤਰਾਈ ਕਰੇ ਕਿ ਮਹਾਰਾਜ ਮੈਂ ਕੀ ਗਲਤੀ ਕੀਤੀ ਸੀ? ਸੰਤ ਮਹਿੰਦਰ ਸਿੰਘ ਸੀ ਜਥੇਦਾਰ ਜੀ, ਮਹਾਰਾਜ ਰਾੜੇ ਵਾਲਿਆਂ ਨਾਲ 40 ਸਾਲ ਉਹਨੇ ਢੋਲਕੀ ਵਜਾਉਣ ਦੀ ਸੇਵਾ ਕੀਤੀ। 40 ਸਾਲ। ਇੱਕ ਦਿਨ ਉਹ ਚਰਨ ਘੁੱਟਦੇ ਸੀ, ਸੰਤਾਂ ਨੇ ਨਾ ਠੁੱਡ ਮਾਰ ਕੇ ਪਰੇ ਸੁੱਟ ਦਿੱਤਾ, ਕੰਧ ਵਿੱਚ ਜਾ ਕੇ ਸਿਰ ਵੱਜਾ, ਉਹ ਨਹੀਂ ਬੋਲੇ। ਫਿਰ ਸੰਤ ਕਹਿਣ ਲੱਗੇ, ਮਹਿੰਦਰ ਸਿੰਘ ਤੇਰਾ ਕੋਈ ਕਸੂਰ ਤਾਂ ਹੈ ਨਾ, ਤੂੰ ਮੇਰੀ ਸੇਵਾ ਕਰਦਾ ਸੀ, ਮੈਂ ਤੇਰੇ ਠੁੱਡ ਮਾਰ ਕੇ ਪਰੇ ਸੁੱਟ ਦਿੱਤਾ,
ਕੰਧ ਵਿੱਚ ਤੇਰਾ ਸਿਰ ਵੱਜਾ ਤੇ ਤੂੰ ਇਹ ਨਹੀਂ ਕਿਹਾ ਵੀ ਮਹਾਰਾਜ ਮੇਰਾ ਕਸੂਰ ਕੀ ਸੀ, ਤੂੰ ਮੇਰੇ ਠੁੱਡ ਮਾਰਿਆ। ਕਹਿੰਦੇ ਮਹਾਰਾਜ ਜਦੋਂ ਮੈਂ ਤੁਹਾਨੂੰ ਆਪਣਾ ਆਪ ਸੌਂਪ ਦਿੱਤਾ ਤੇ ਫਿਰ ਇਹ ਗੱਲ ਕਰਨੀ ਹੀ ਨਹੀਂ ਬਣ ਆਉਂਦੀ ਵੀ ਤੁਸੀਂ ਭਲਾ ਹੀ ਕਰੋਗੇ ਜਿਵੇਂ ਕਰੋਗੇ। ਕਹਿੰਦੇ ਮੈਂ ਦੇਖਦਾ ਸੀ ਤੇ ਇੰਨਾ ਚਿਰ ਸੇਵਾ ਕੀਤੀ, ਤੇਰੇ 'ਚ ਹਾਲੇ ਹਉਮੈ ਹੈਗੀ ਆ ਕਿ ਖਤਮ ਹੋ ਗਈ? ਗੱਜ ਕੇ ਬੋਲੋ ਵਾਹਿਗੁਰੂ। ਹਉਮੈ ਅੱਜ ਕਹਿ ਕੇ ਦੇਖ ਲਓ ਕਿ ਨੱਕ ਤੇ ਮੱਖੀ ਬਹਿਣ ਦਿੰਦਾ। 40-40 ਸਾਲ ਘਾਲਣਾ ਘਾਲੀਆਂ ਮਹਾਂਪੁਰਖਾਂ ਨਾਲ ਪ੍ਰੀਖਿਆ ਵਾਸਤੇ ਠੁੱਡ ਮਾਰ ਮਾਰ ਪਰਖਦੇ ਆ। ਕਿੱਥੇ ਕੁ ਖੜੇ ਆ ਇਹ? ਘਰੋਂ ਆ ਕੇ ਜਿੱਥੋਂ ਤੁਰੇ ਸੀ ਉੱਥੇ ਹੀ ਆ ਕਿ ਗਾਂ ਕੋਈ ਪੈਰ ਪੁੱਟਿਆ ਵੀ ਹੈ? ਕਿਉਂਕਿ ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ, ਸਿਦਕ ਸਬਰ ਸ਼ਾਹੀਦ ਭਰਮ ਭਉ ਖੋਵਣਾ, ਲਾਲਾ ਮੁੱਲ ਖਰੀਦ ਕਾਰੇ ਜੋਵਣਾ, ਪੱਖੇ ਕੀ ਤਾਗੀਦ ਪੱਗ ਮਲ ਮਲ ਧੋਵਣਾ। ਭਾਈ ਗੁਰਦਾਸ ਆਪਣੀ ਹੋਂਦ ਮਿਟਾਉਣੀ ਪੈਂਦੀ ਹੈ। ਅਸੀਂ ਗੁਣ ਸਿੱਖ ਕੇ ਆਪਣੀ ਹੋਂਦ ਬਣਾਉਂਦੇ ਹਾਂ ਕਿ ਅਸੀਂ ਵੀ ਕੁਝ ਹੈਗੇ ਹਾਂ, ਪਰ ਅਸਲੀ ਗੁਣੀ ਉਹ ਆ ਗੁਣਾਂ ਨੂੰ ਪਾ ਕੇ ਹੋਂਦ ਮਿਟਾ ਕੇ ਫਿਰ ਗੁਰੂ ਘਰ ਚੋਂ ਕੁਝ ਮਿਲਦਾ ਹੈ। ਪਾਣੀ ਚੋਂ ਭੂਪੜਾ ਪੈਦਾ ਹੁੰਦਾ ਨਾ, ਉਹ ਕਹਿੰਦਾ ਮੈਂ ਵੀ ਕੁਝ ਹੈਗਾ, ਤੇ ਪਾਣੀ ਬਿਨਾਂ ਤੇਰੀ ਹੋਂਦ ਹੈਗੀ ਕੋਈ? ਇਸ ਵਾਸਤੇ ਇਹ ਗੁਰੂ ਨਾਨਕ ਸਾਹਿਬ ਦਾ ਘਰ ਐਸਾ ਹੈ, ਇੱਥੇ ਆ ਕੇ ਤਾਂ ਬਰਕਤਾਂ ਮਿਲਦੀਆਂ ਹਨ। ਵਿਛੜਿਆ ਮਿਲੈ ਪ੍ਰਭੂ। ਪ੍ਰਭੂ ਐਸਾ ਜੇ ਉਹਦੀ ਸ਼ਰਨ ਜਾ ਕੇ ਖਿਮਾ ਮੰਗ ਲਈਏ, ਦਿਆਲੂ ਵੀ ਬਹੁਤ ਆ, ਤੇ ਵਿਛੜਿਆਂ ਨੂੰ ਆਪਣੇ ਚਰਨਾਂ ਨਾਲ ਮੇਲ ਲੈਣਾ ਕਰਦਾ ਹੈ। ਨਾਨਕ ਕਰ ਸੰਜੋਗ। ਇਹ ਪਾਤਸ਼ਾਹ ਤੁਸੀਂ ਐਸਾ ਸੰਜੋਗ ਮਿਲਾਪ ਦਾ ਸਮਾਂ ਬਖਸ਼ੋ ਜਿਵੇਂ ਸਾਡਾ ਵਿਛੜਿਆਂ ਨੂੰ ਤੁਹਾਡੇ ਨਾਲ ਮੇਲ ਹੋ ਜਾਏ। ਪੀਰ ਬੁੱਧੂ ਸ਼ਾਹ ਜੀ ਆਏ ਸੀ ਨਾ, ਨਾਲ ਮਰੀਦ ਸਨ। ਪਹਿਲਾਂ ਤਾਂ ਦੇਖਦੇ ਸੀ ਵੀ ਨਮਸਕਾਰ ਕਰਾਂ ਕਿ ਸਲਾਮ ਨਾਲ ਹੀ ਸਰ ਜਾਊ, ਤੇ ਮਹਾਰਾਜ ਨੇ ਜਿਹੜੇ ਦਿਵ ਦ੍ਰਿਸ਼ਟੀ ਨਾਲ ਦੇਖਿਆ ਹਾਲੇ ਸੂਖਸ਼ਮ ਭਾਵ ਮੌਜੂਦ ਆ, ਉਹ ਦੂਰ ਹੋ ਗਿਆ। ਤੇ ਜਿਹੜੇ ਸਜਦਾ ਕਰਨ ਲੱਗੇ ਮਹਾਰਾਜ ਨੇ ਮੱਥੇ ਨਾਲ ਤੀਰ ਛੁਆ ਦਿੱਤਾ। ਇਹ ਫਿਰ ਜੋਗੀਆਂ ਵਾਲਾ ਰੋਣਮਣ ਝੁਣਮਣ ਨਹੀਂ, ਜਿਨ੍ਹਾਂ 10 ਦੁਆਰ ਖੁੱਲ੍ਹਣ ਤੇ 10ਵੇਂ ਪਾਤਸ਼ਾਹ ਦਾ ਤੀਰ ਮਸਤਕ ਨੂੰ ਛੂਹਦਿਆਂ ਕੁਆੜ ਖੁੱਲ੍ਹ ਗਿਆ। ਗੱਜ ਕੇ ਬੋਲੋ ਵਾਹਿਗੁਰੂ। ਇਹ ਗੁਰੂ ਕਿਰਪਾ ਇੱਕ ਵੱਖਰੀ ਚੀਜ਼ ਹੈ, ਪਰ ਸਮਰੱਥ ਗੁਰੂ ਸਿਰ ਹੱਥ ਧਰਿਓ ਹੋਵੇ ਸਮਰੱਥ। ਕਿ ਜੇ ਬਨੌਟੀ ਹੋਵੇ ਫਿਰ ਤਾਂ ਗੱਲ ਨਹੀਂ ਨਾ ਬਣਦੀ। ਇਹ ਤਾਂ ਸਮਰੱਥ ਪੁਰਸ਼ਾਂ ਦੀਆਂ ਗੱਲਾਂ ਹਨ। ਅੱਜ ਸਹੀ ਸਮਰੱਥ ਗੁਰੂ ਤੇ ਭਰੋਸਾ ਛੱਡ ਕੇ ਭਟਕਦੇ ਫਿਰਦੇ ਹਾਂ, ਜਿਹਦੇ ਕਾਰਨ ਇਹ ਖੱਜਲ ਖੁਆਰੀ ਹੋ ਰਹੀ ਹੈ। ਤੇ ਜਿੱਦਣ ਸਤਿਗੁਰਾਂ ਤੇ ਸਾਡਾ ਵਿਸ਼ਵਾਸ ਹੋ ਗਿਆ ਤੇ ਮਹਾਰਾਜ ਤਾਂ ਫਿਰ ਦਿਆਲੂ ਹੀ ਹੈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਇਹ ਅੱਜ ਨੁਕਤਾ ਲੈ ਜਾਇਓ ਗੁਰੂ ਮਹਾਰਾਜ ਤੇ ਵਿਸ਼ਵਾਸ ਕਰਨ ਦਾ, ਤੇ ਜਿਹੜੀ ਛਿੱਤਰਾਂ ਨਾਲ ਖੀਰ ਵੰਡਦੇ ਆ ਇਹ ਤਿਆਗ ਦਿਓ। ਖੀਰ ਖਾਣੀ ਤਾਂ ਹੈਗੀ ਆ, ਪਰ ਸਾਡੀ ਹੁਣ ਆਦਤ ਬਣੀ ਪਈ ਛਿੱਤਰ ਖੜਕਾ ਕੇ ਖਾਣੇ ਆ। ਕੋਈ ਨਾ ਕੋਈ ਉੱਥੇ ਬਸਗਨੀ, ਕੋਈ ਨਾ ਕੋਈ ਇਹੋ ਜਿਹਾ ਕੰਮ ਕਰਨਾ। ਇਹ ਬਿਮਾਰੀ ਸਾਡੇ ਸਮਾਜ 'ਚ ਬੜੀ ਪੈ ਗਈ ਹੈ। ਇਹ ਛੱਡ ਦਿਓ। ਤੋ ਜੋ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤਾ ਹੈ ਉਹਦੇ 'ਤੇ ਅਮਲ ਕਰੋ, ਫਿਰ ਚੜ੍ਹਦੀ ਕਲਾ ਹੀ ਹੈ। ਤੋ ਮਹਾਰਾਜ ਮਿਹਰ ਕਰਨ।
ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।